राग गौड़ी चेती बाणी नाम देओ जियो की। एक ओंकार सत गुर प्रसाद। एक ओंकार तो भाव एक सर्व व्यापक परम सत्या, जिस करके उत्पत्ति लैता पालना और संचालन हुंदा है। ए दिसता सारा जगत जिसका प्रतख रूप है, जो एक अटल सच्चाई है, सदैव है, जिसका कदे विनाश नहीं होना, ਤੇ ਜਿਸ ਦੇ ਨਾਲ ਸਾਡਾ ਸੰਬੰਧ, ਜਿਸ ਦੀ ਜਾਣਕਾਰੀ ਜਾਂ ਅਭੇਦਤਾ ਗੁਰੂ ਦੀ ਕਿਰਪਾ ਰਾਹੀਂ ਮਿਲਦੀ ਹੈ। ਯਾਨੀ ਗੁਰੂ ਦੇ ਗਿਆਨ, ਗੁਰੂ ਤੋਂ ਗਿਆਨ ਦੀ ਦਾਤ ਹਾਸਲ ਕਰਕੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਐਸੇ ਪ੍ਰਭੂ ਦੇ ਅੰਦਰ ਸਮਾ ਸਕਦੇ ਹਾਂ। ਦੇਵਾ ਪਾਹਨ ਤਾਰੀਅਲੇ। ਦੇਵਾ ਤੇ ਵਿਸ਼ਰਾਮ ਲਗਾਉਣਾ ਹੈ ਥੋੜਾ ਜਿਹਾ, ਜਿਵੇਂ ਅਸੀਂ ਪੜ੍ਹਦੇ ਨਾ ਜਪਜੀ ਸਾਹਿਬ ਵਿੱਚ ਗੁਰਾ ਇੱਕ ਦੇਹ ਬੁਝਾਈ, ਇੱਥੇ ਵੀ ਦੇਵਾ ਸੰਬੋਧਨਵਾਚਕ ਹੈ। ਦੇਵਾ ਪਾਹਨ ਤਾਰੀਅਲੇ। ਦੇਵਾ ਦਾ ਮਤਲਬ ਹੈ ਦੇਵ, ਹੈ ਪ੍ਰਭੂ, ਦੇਵ ਸਰੂਪ ਪ੍ਰਭੂ। ਪਾਹਨ ਦਾ ਮਤਲਬ ਪੱਥਰ, ਤਾਰੀਅਲੇ ਦਾ ਮਤਲਬ ਤਾਰ ਦਿੱਤੇ, ਕਿ हे ਪ੍ਰਭੂ ਤੂੰ ਕਠੋਰ ਚਿੱਤ ਜੋ ਪੱਥਰ ਦਿਲ ਮਨੁੱਖ ਨੇ ਉਹਨਾਂ ਨੂੰ ਵੀ ਤਾਰ ਦਿੱਤਾ। ਜੋ ਪੱਥਰ ਚਿੱਤ ਮਨੁੱਖ ਨੇ, ਪੱਥਰ ਵਰਗੇ ਜੋ ਕਠੋਰ ਨੇ, ਉਹਨਾਂ ਮਨੁੱਖਾਂ ਨੂੰ ਵੀ ਤਾਰ ਦਿੱਤਾ। ਦੇਖੋ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਕਠੋਰਤਾ ਹੁੰਦੀ ਹੈ, ਜੋ ਬਹੁਤ ਹੀ ਨਿਰਦਈ ਹੁੰਦੇ ਨੇ, ਜਿਨ੍ਹਾਂ ਵੱਲ ਅਸੀਂ ਦੇਖ ਸਕਦੇ ਹਾਂ ਕਤਲੋ ਗਾਰਤ ਜਾਂ ਮਤਲਬ 2 ਨੰਬਰ ਦੇ ਧੰਦੇ ਔਰ ਕਿਸੇ ਦੇ ਉੱਤੇ ਦਇਆ ਆਦਿਕ ਨਾ ਕਰਨੀ। ਐਸੇ ਇਨਸਾਨ ਨੂੰ ਜਿਸ ਵਿੱਚ ਦਇਆ ਨਾ ਹੋਵੇ, ਇਨਸਾਨੀਅਤ ਨਾ ਹੋਵੇ, ਕਠੋਰ ਚਿੱਤ ਹੋਵੇ, ਜ਼ੁਲਮ ਕਰਨ ਵਾਲਾ ਹੋਵੇ, ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਪੱਥਰ, ਕਿ ਉਹ ਬੰਦੇ ਦਾ ਦਿਲ ਤਾਂ ਪੱਥਰ ਹੋ ਗਿਆ, ਫਲਾਂ ਬੰਦਾ ਤਾਂ ਪੱਥਰ ਹੋ ਗਿਆ। ਤਾਂ हे ਪ੍ਰਭੂ ਤੂੰ ਪੱਥਰਾਂ ਵਰਗੇ ਕਠੋਰ ਮਨੁੱਖਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਜੋ ਤੇਰੀ ਸ਼ਰਨ ਵਿੱਚ ਆਏ, ਚਾਹੇ ਉਹ ਪੱਥਰ ਵਰਗੇ ਕਠੋਰ ਸਨ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਜਿਵੇਂ ਸ਼ੇਖ ਸੱਜਣ ਸੀ, ਕਿੰਨਾ ਕਠੋਰ ਮਨੁੱਖ ਹੋਏਗਾ ਉਹ, ਜੋ ਆਏ ਗਏ ਨੂੰ ਲੁੱਟਦਾ, ਆਏ ਗਏ ਨੂੰ ਕਤਲ ਕਰਦਾ ਸੀ। ਜਿਵੇਂ ਕੌਡਾ ਭੀਲ ਸੀ, ਕਿੰਨਾ ਕਠੋਰ ਚਿੱਤ ਸੀ। ਜਾਂ ਜਿਵੇਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਅੰਦਰ ਬੜੀ ਕਠੋਰਤਾ ਹੁੰਦੀ ਹੈ, ਪਰ ਜਦੋਂ ਇਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਇਹਨਾਂ ਦੀ ਕਠੋਰਤਾ ਖਤਮ ਹੋ ਗਈ। ਇਹ ਪਾਪਾਂ ਵਿਕਾਰਾਂ ਅਪਰਾਧਾਂ ਦੇ ਵਿੱਚੋਂ ਪਾਰ ਉਤਰ ਗਏ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ हे ਪ੍ਰਭੂ ਤੂੰ ਤਾਂ ਪੱਥਰਵਤ ਕਠੋਰ ਚਿੱਤ ਲੋਕਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਰਾਮ ਕਹਿਤ ਜਨ ਕਸ ਨਾ ਤਰੇ। ਕਸ ਦਾ ਮਤਲਬ ਕਿਉਂ, ਕਸ ਨਾ ਦਾ ਮਤਲਬ ਕਿਉਂ ਨਹੀਂ ਤਰੇਗਾ। ਰਾਮ ਕਹਿਤ ਦਾ ਮਤਲਬ ਰੱਬੀ ਗੁਣਾਂ ਦੇ ਧਾਰ ਨਹੀਂ ਹੋਇਆ। ਜਨ ਦਾ ਮਤਲਬ ਜੋ ਪ੍ਰਭੂ ਦਾ ਦਾਸ ਹੈ, ਜੋ ਪ੍ਰਭੂ ਦਾ ਸੇਵਕ ਹੈ। ਤਾਂ ਜਿਹੜਾ ਪ੍ਰਭੂ ਦਾ ਸੇਵਕ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰ ਰਿਹਾ ਹੈ, ਜੋ ਰੱਬੀ ਗੁਣਾਂ ਦਾ ਧਾਰ ਨਹੀਂ ਹੈ, ਉਹ ਕਿਉਂ ਨਹੀਂ ਤਰੇਗਾ। ਭਾਵ ਕਿ ਜ਼ਰੂਰ ਤਰੇਗਾ, ਉਹਦਾ ਪਾਰ ਉਤਾਰਾ ਜ਼ਰੂਰ ਹੋਏਗਾ। ਜੋ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ, ਜੋ ਰੱਬੀ ਸ਼ਰਨ ਦੇ ਅੰਦਰ ਚੱਲ ਰਿਹਾ ਹੈ, ਉਹਦਾ ਪਾਰ ਉਤਾਰਾ ਕਿਉਂ ਨਹੀਂ ਹੋਏਗਾ। ਮਤਲਬ ਕਿ ਗਾਰੰਟੀ ਨਾਲ ਹੋਏਗਾ, ਬਿਲਕੁਲ ਪੱਕੇ ਤੌਰ ਤੇ ਹੋਏਗਾ। ਕਿਉਂਕਿ हे ਪ੍ਰਭੂ ਤੇਰੇ ਗੁਣ ਗਾਨ ਦੇ ਨਾਲ ਤਾਂ ਕਠੋਰ ਚਿੱਤ ਪੱਥਰਵਤ ਇਨਸਾਨ ਵੀ ਤਰ ਗਏ। ਤਾਂ ਜਿਹੜੇ ਤੇਰੇ ਪਿਆਰੇ ਨੇ, ਜੋ ਤੇਰੇ ਗੁਣਾਂ ਦੇ ਧਾਰਨੀ ਨੇ, ਜੋ ਤੇਰੀ ਰਜ਼ਾ ਵਿੱਚ ਤੁਰਨ ਵਾਲੇ ਨੇ, ਉਹਨਾਂ ਦਾ ਪਾਰ ਉਤਾਰਾ ਕਿਉਂ ਨਹੀਂ ਹੋਏਗਾ। ਭਾਵ ਉਹਨਾਂ ਦਾ ਪਾਰ ਉਤਾਰਾ ਜ਼ਰੂਰ ਹੋਏਗਾ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਈਏ, ਜੇ ਅਸੀਂ ਰੱਬੀ ਰਜ਼ਾ ਦੇ ਅੰਦਰ ਤੁਰੀਏ, ਤਾਂ ਅਸੀਂ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚ ਸਕਦੇ ਹਾਂ। ਜੋ ਪੱਥਰ ਵਰਗੇ ਕਠੋਰ ਚਿੱਤ ਇਨਸਾਨ ਨੇ, ਜੇ ਉਹ ਵੀ ਚਾਹਣ, ਉਹ ਵੀ ਰੱਬੀ ਗੁਣਾਂ ਦੇ ਧਾਰਨੀ ਹੋਣ, ਤਾਂ ਉਹਨਾਂ ਦੇ ਅੰਦਰ ਵੀ ਦਇਆ ਆ ਸਕਦੀ ਹੈ, ਉਹਨਾਂ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ। ਉਹ ਲੋਕ ਵੀ ਇਸ ਕਠੋਰਤਾ ਤੋਂ, ਪਾਪਾਂ, ਅਪਰਾਧਾਂ ਤੋਂ ਬਚ ਸਕਦੇ ਨੇ। ਹਰ ਇੱਕ ਦੇ ਅੰਦਰ ਸੰਭਾਵਨਾ ਹੈ। ਤਾਰੀ ਲੈ ਗਨਕਾ ਬਿਨ ਰੂਪ ਉਪਜਾ, ਬਿਆਧ ਅਜਾਮਲ ਤਾਰੀਅਲੇ। ਤਾਰੀਲੇ ਦਾ ਮਤਲਬ ਤਾਰ ਦਿੱਤੀ, ਗਨਕਾ ਦਾ ਮਤਲਬ ਵੈਸ਼ਿਆ, ਬਿਨ ਰੂਪ ਕੁਬਜਾ। ਕੁਬਜਾ ਇੱਕ ਔਰਤ ਦਾ ਨਾਮ ਹੈ, ਜੋ ਜਿਸ ਦੇ ਲੱਕ ਦੇ ਵਿੱਚ ਕੁਛ ਕੁੱਬ ਵਗੈਰਾ ਵੀ ਸੀ। ਔਰ ਬਿਨ ਰੂਪ ਕੁਬਜਾ ਦਾ ਮਤਲਬ ਰੂਪਹੀਣ। ਕੁਬਜਾ ਦਾ ਮਤਲਬ ਇੱਕ ਜਵਾਨ ਲੜਕੀ ਸੀ ਤੇ ਕੰਸ ਦੀ ਗੋਲੀ ਦੱਸੀ ਜਾਂਦੀ ਹੈ, ਪਰ ਇਹ ਕੁੱਬੀ ਸੀ,
ਮਤਲਬ ਇਹਦਾ ਕੋਈ ਰੂਪ ਚੰਗਾ ਨਹੀਂ ਸੀ। ਤੇ ਵਿਆਧ ਦਾ ਮਤਲਬ ਹੈ ਵਿਕਾਰਾਂ ਦੇ ਵਿੱਚ ਗ੍ਰਸਤ। ਅਜਾਮਲ ਇੱਕ ਆਦਮੀ ਸੀ ਜਿਹੜਾ ਬ੍ਰਾਹਮਣ ਸੀ, ਲੇਕਿਨ ਸਮੇਂ ਦੇ ਨਾਲ ਇਹ ਵੇਸ਼ਵਾਗਾਮੀ ਹੋ ਗਿਆ ਔਰ ਇਹ ਆਚਰਨ ਤੋਂ ਗਿਰ ਗਿਆ। ਤਾਂ ਗੁਰੂ ਜੀ ਇਹਨਾਂ ਸਾਰਿਆਂ ਵੱਲ ਇਸ਼ਾਰਾ ਕਰਕੇ ਸਮਝਾ ਰਹੇ ਨੇ ਕਿ हे ਪ੍ਰਭੂ, ਤੂੰ ਗਨਕਾ ਮਤਲਬ ਵੈਸ਼ਿਆਵਾਂ ਦਾ ਪਾਰ ਉਤਾਰਾ ਕਰ ਦਿੱਤਾ। ਰੂਪਹੀਨ ਜੋ ਕੁਬਜਾ ਸੀ ਉਹਨੂੰ ਤੂੰ ਸ਼ੁਭ ਗੁਣ ਬਖਸ਼ਿਸ਼ ਕੀਤੇ। ਜਿਹੜੇ ਵਿਕਾਰਾਂ ਦੇ ਵਿੱਚ ਗ੍ਰਸਤ ਲੋਕ ਨੇ ਉਹਨਾਂ ਦਾ ਪਾਰ ਉਤਾਰਾ ਕੀਤਾ। ਅਜਾਮਲ ਵਰਗੇ ਲੋਕ ਤਾਰ ਦਿੱਤੇ। ਯਾਨੀ ਬੇਸ਼ੱਕ ਕੋਈ ਵੈਸ਼ਿਆ ਸੀ, ਕੋਈ ਰੂਪਹੀਨ ਸੀ, ਕੋਈ ਵਿਕਾਰਾਂ ਦੇ ਅੰਦਰ ਗ੍ਰਸਤ ਸੀ, ਕੋਈ ਪਾਪੀ ਸੀ, ਜੋ ਵੀ ਤੇਰੇ ਚਰਨਾਂ ਦੀ ਸ਼ਰਨ ਦੇ ਅੰਦਰ ਆਇਆ ਉਹਦਾ ਪਾਰ ਉਤਾਰਾ ਹੋ ਗਿਆ, ਉਹ ਬਚ ਗਿਆ। ਤਾਂ ਦੇਖੋ ਕਿੰਨੀ ਵੱਡੀ ਇੱਕ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਚਾਹੇ ਕੋਈ ਵੈਸ਼ਿਆ ਵ੍ਰਿੱਤੀ ਦੇ ਵਿੱਚ ਵੀ ਖਚਤ ਹੋ ਗਈ ਹੈ ਔਰਤ ਕਿਸੇ ਵੀ ਕਾਰਨ ਕਰਕੇ, ਤਾਂ ਉਸ ਤੇ ਬਚਣ ਦੀ ਸੰਭਾਵਨਾ ਹੈ। ਉਹ ਇਸਾਂ ਕਰਮਾਂ ਨੂੰ ਛੱਡ ਕੇ ਤੇ ਉੱਚਾ ਸੁੱਚਾ ਜੀਵਨ ਜੀ ਸਕਦੀ ਹੈ। ਸੰਭਾਵਨਾ ਹੈ ਜਦੋਂ ਵੀ ਕੋਈ ਚਾਹੇ ਰੱਬੀ ਗੁਣਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁਧਾਰ ਸਕਦਾ ਹੈ। ਇਹ ਸੰਭਾਵਨਾ ਹੈ। ਤੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣ ਵਾਸਤੇ ਕੋਈ ਸਰੀਰਕ ਰੂਪ ਦੀ ਜ਼ਰੂਰਤ ਨਹੀਂ ਹੈ ਕਿ ਬੜਾ ਰੂਪਵਾਨ ਹੋਵੇ, ਰਿਸ਼ਟ ਪੁਸ਼ਟ ਹੋਵੇ, ਉਹੀ ਚੰਗੇ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਬਿਨਾਂ ਰੂਪ ਤੋਂ ਕੁਬਜਾ ਦਾ ਪਾਰ ਉਤਾਰਾ ਹੋ ਗਿਆ ਜਦੋਂ ਉਹਨੇ ਰੱਬੀ ਗੁਣ ਗਾਏ। ਵਿਆਧ ਦਾ ਮਤਲਬ ਜਿਹੜੇ ਕਾਮ ਕ੍ਰੋਧ ਆਦਿਕ ਰੋਗਾਂ ਦੀਆਂ ਬਿਮਾਰੀਆਂ ਦੇ ਵਿੱਚ ਗ੍ਰਸੇ ਹੋਏ ਨੇ, ਜੇ ਉਹ ਰੱਬੀ ਸ਼ਰਨ ਵਿੱਚ ਆ ਜਾਣ, ਗੁਰੂ ਗਿਆਨ ਦੇ ਧਾਰਨੀ ਹੋ ਜਾਣ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਜਾਮਲ ਵਰਗੇ ਪਾਪੀ ਜੋ ਵੈਸ਼ਿਆਗਾਮੀ ਸੀ, ਜਿਹੜਾ ਹੋਰ ਬਹੁਤ ਸਾਰੇ ਪਾਪ ਕਰਮਾਂ ਦੇ ਵਿੱਚ ਖਚਤ ਸੀ, ਉਹਦਾ ਪਾਰ ਉਤਾਰਾ ਹੋ ਗਿਆ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਹਨ ਕਿ ਜੇ ਕਿਸੇ ਕਾਰਨ ਕਰਕੇ ਇਨਸਾਨ ਆਪਣੇ ਸਹੀ ਜੀਵਨ ਦੇ ਰਾਸਤੇ ਨੂੰ ਛੱਡ ਕੇ ਪਾਪਾਂ ਵਿੱਚ ਵਿਕਾਰਾਂ ਵਿੱਚ ਗ੍ਰਸਤ ਹੋ ਗਿਆ ਹੈ, ਤਾਂ ਉਹਦੇ ਅੰਦਰ ਸੰਭਾਵਨਾ ਹੈ, ਉਹਦੇ ਅੰਦਰ ਪੋਸੀਬਿਲਿਟੀ ਹੈ, ਉਹਦੇ ਤਰਨ ਦਾ ਵੀ ਰਾਸਤਾ ਹੈ, ਉਹਦੇ ਤਰਨ ਦੀ ਉਮੀਦ ਹੈ। ਜੇ ਉਹ ਰੱਬੀ ਗੁਣਾਂ ਦੇ ਨਾਲ ਜੁੜ ਜਾਏ, ਜੇ ਉਹ ਰੱਬੀ ਸ਼ਰਨ ਵਿੱਚ ਆ ਜਾਏ, ਜੇ ਉਹ ਰੱਬੀ ਰਜ਼ਾ ਨੂੰ ਫੋਲੋ ਕਰੇ, ਜੇ ਉਹ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਣਾ ਸ਼ੁਰੂ ਕਰੇ, ਤਾਂ ਉਹਨਾਂ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ। ਚਰਨ ਬਧਿਕ ਜਨ ਤੇਉ ਮੁਕਤ ਪਏ। ਚਰਨ ਬਧਿਕ ਦਾ ਮਤਲਬ ਹੁੰਦਾ ਹੈ ਸ਼ਿਕਾਰੀ, ਤੇ ਚਰਨ ਬਧਿਕ ਦਾ ਮਤਲਬ ਉਹ ਸ਼ਿਕਾਰੀ ਜਿਨਨੇ ਹਿਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਜਾ ਮਾਰਿਆ। ਤਾਂ ਜਿਹੜਾ ਚਰਨ ਬਧਿਕ ਸੀ ਯਾਨੀ ਸ਼ਿਕਾਰੀ ਸੀ, ਐਸਿਆਂ ਦਾ ਵੀ ਪਾਰ ਉਤਾਰਾ ਹੈ ਪ੍ਰਭੂ ਤੂੰ ਕਰ ਦਿੱਤਾ। ਚਰਨ ਬਧਿਕ ਜਨ ਤੇਉ ਮੁਕਤ ਪਏ, ਜੋ ਪੈਰਾਂ ਵਿੱਚ ਤੀਰ ਦਾ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਸੀ, ਤੇ ਅਜੇ ਹੈ ਹੋਰ ਕਈ ਵਿਕਾਰੀ ਬੰਦੇ ਤੇਰੀ ਕਿਰਪਾ ਦੇ ਨਾਲ ਮੁਕਤ ਹੋ ਗਏ। ਭਾਵ ਕਹਿੰਦਾ ਕਿ ਜੇ ਕੋਈ ਪਾਪੀ ਔਰ ਵਿਕਾਰੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੀ ਜ਼ਿੰਦਗੀ ਪਾਪ ਹੀ ਕਮਾਉਂਦਾ ਰਹੇਗਾ, ਉਹਦੇ ਸੁਧਰਨ ਦੀ ਕੋਈ ਉਮੀਦ ਨਹੀਂ ਹੈ। ਐਸਾ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਵੱਡੇ ਤੋਂ ਵੱਡੇ ਪਾਪੀਆਂ ਦੇ ਸੁਧਰਨ ਦੀ ਉਮੀਦ ਹੈ। ਵੱਡੇ ਤੋਂ ਵੱਡਾ ਵਿਕਾਰੀ ਬੰਦਾ ਵੀ ਚੰਗੀ ਜ਼ਿੰਦਗੀ ਵਾਲਾ ਬਣ ਸਕਦਾ ਹੈ। हे ਪ੍ਰਭੂ, ਤੇਰੇ ਚਰਨਾਂ ਦੀ ਸ਼ਰਨ ਵਿੱਚ ਆਉਣ ਨਾਲ, ਤੇਰੀ ਰਹਿਮਤ ਦੇ ਨਾਲ ਤਾਂ ਇਹੋ ਜਿਹੇ ਸ਼ਿਕਾਰੀਆਂ ਦਾ ਵੀ ਪਾਰ ਉਤਾਰਾ ਹੋ ਗਿਆ, ਇਹੋ ਜਿਹੇ ਵਿਕਾਰੀ ਵੀ ਤਰ ਗਏ। ਹਉ ਬਲ ਬਲ ਜਿਨ ਰਾਮ ਕਹੇ, ਮੈਂ ਉਹਨਾਂ ਤੋਂ ਕੁਰਬਾਨ ਹਾਂ, ਮੈਂ ਉਹਨਾਂ ਤੋਂ ਵਾਰ ਨੇ ਸਦਕੇ ਹਾਂ ਜਿਨ੍ਹਾਂ ਨੇ ਵਿਆਪਕ ਪ੍ਰਭੂ ਦੇ ਗੁਣ ਗਾਏ ਨੇ, ਜਿਨ੍ਹਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ। ਰਾਮ ਕਹੇ ਦਾ ਮਤਲਬ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਕਹੇ ਦਾ ਮਤਲਬ ਜਿਸ ਨੇ ਗੁਣ ਗਾਏ, ਸਿਫਤ ਸਲਾਹ ਕੀਤੀ, ਜੋ ਰੱਬੀ ਗੁਣਾਂ ਦਾ ਧਾਰਨੀ ਹੋਇਆ, ਜਿਸ ਨੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ। ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹ ਵਾਰ ਨੇ ਸਦਕੇ ਹਾਂ, ਕਿਉਂਕਿ ਉਹ ਬਹੁਤ ਮਹਾਨ ਇਨਸਾਨ ਨੇ, ਉਹ ਬਹੁਤ ਮਹਾਨ ਇਨਸਾਨ ਹੋ ਜਾਂਦੇ ਨੇ। ਉਹਨਾਂ ਦੀ ਉੱਚੀ ਅਵਸਥਾ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ। ਤਾਂ ਇਹਦਾ ਮਤਲਬ ਕਿ ਸਾਨੂੰ ਵੀ ਐਸੇ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਉੱਚੇ ਸੁੱਚੇ ਗੁਣਾਂ ਵਾਲੇ ਨੇ, ਉਹਨਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਐਸੇ ਇਨਸਾਨਾਂ ਦੀ ਸੰਗਤ ਕਰਾਂਗੇ ਤਾਂ ਸਾਡੇ ਅੰਦਰ ਵੀ ਸ਼ੁਭ ਗੁਣ ਆਉਣ ਦੀ ਉਮੀਦ ਜਾਗੇਗੀ, ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਦਾਸੀ ਸੁਤ ਦਾ ਮਤਲਬ ਗੋਲੀ ਦਾ ਪੁੱਤਰ, ਜਨ ਦਾ ਮਤਲਬ ਤੇਰਾ ਭਗਤ ਬਿਦਰ।
ਇਹਨਾਂ ਬਾਰੇ, ਬਿਦਰ ਬਾਰੇ ਜੋ ਆਮ ਵਿਚਾਰ ਮਿਲਦੀ ਹੈ ਕਿ ਵਿਆਸ ਦੀ ਆਸ਼ੀਰਵਾਦ ਦੇ ਨਾਲ ਗੋਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਤਾਂ ਦਾਸੀ ਸੁਤ ਯਾਨੀ ਜੋ ਬਿਦਰ ਸੀ, ਸੁਦਾਮਾ ਜੋ ਕ੍ਰਿਸ਼ਨ ਜੀ ਦੇ ਸਮੇਂ ਹੋਇਆ ਹੈ, ਗਰੀਬ ਬ੍ਰਾਹਮਣ ਸੀ, ਔਰ ਉਗਰਸੈਨ ਇਹ ਕੰਸ ਦਾ ਪਿਓ ਸੀ। ਕੰਸ ਨੂੰ ਤਖਤ ਤੋਂ ਲਾ ਕੇ ਉਗਰਸੈਨ ਨੂੰ ਜਿਹੜਾ ਰਾਜ ਮਿਲਿਆ ਸੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਜਦੋਂ ਤੇਰੀ ਸ਼ਰਨ ਦੇ ਅੰਦਰ ਕੋਈ ਆਇਆ ਤਾਂ ਗੋਲੀ ਦਾ ਪੁੱਤਰ ਬਿਦਰ, ਸੁਦਾਮਾ, ਇਹਨਾਂ ਦਾ ਪਾਰ ਉਤਾਰਾ ਹੋਇਆ, ਉਗਰਸੈਨ ਦਾ ਪਾਰ ਉਤਾਰਾ ਹੋਇਆ। ਉਗਰਸੈਨ ਜਿਸ ਨੂੰ ਰਾਜ ਸਿੰਘਾਸਨ ਮਿਲਿਆ, ਉਹਦੇ ਤੇ ਤੇਰੀ ਬਖਸ਼ਿਸ਼ ਹੋਈ। ਯਾਨੀ ਜਿਸਨੇ ਵੀ ਗੁਣ ਗਾਏ, ਚਾਹੇ ਕੋਈ ਦਾਸੀ ਪੁੱਤਰ ਸੀ, ਚਾਹੇ ਕੋਈ ਗਰੀਬ ਸੀ, ਔਰ ਚਾਹੇ ਕੋਈ ਬਾਦਸ਼ਾਹ ਸੀ, ਜੋ ਤੇਰੇ ਗੁਣਾਂ ਦੇ ਨਾਲ ਜੁੜੇ, ਜੋ ਤੇਰੀ ਸ਼ਰਨ ਦੇ ਵਿੱਚ ਆਏ, ਉਹਨਾਂ ਦਾ ਆਤਮਿਕ ਜੀਵਨ ਉੱਚਾ ਹੋ ਗਿਆ। ਹੁਣ ਇੱਥੇ ਜਾਤੀਵਾਦ ਦੀ ਗੱਲ ਨਹੀਂ ਹੈ ਕਿ ਕੋਈ ਉੱਚੀ ਜਾਤ ਵਾਲਾ ਬੰਦਾ ਹੀ ਮੁਕਤ ਹੋ ਸਕਦਾ ਹੈ। ਇੱਥੇ ਅਮੀਰੀ ਦੀ ਗੱਲ ਨਹੀਂ ਹੈ ਕਿ ਕੋਈ ਅਮੀਰ ਬੰਦਾ ਹੀ ਚੰਗੇ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਬੇਸ਼ੱਕ ਇੱਥੇ ਦਾਸੀ ਸੁਤ ਹੋਵੇ, ਦਾਸੀ ਦੇ ਨੌਕਰਾਨੀ ਦੇ ਪੇਟੋਂ ਜੰਮਿਆ ਹੋਵੇ, ਜੇ ਉਹ ਸ਼ੁਭ ਗੁਣਾਂ ਦਾ ਧਾਰਨੀ ਹੈ ਤਾਂ ਉਹ ਵੀ ਮਹਾਨ ਹੋ ਸਕਦਾ ਹੈ। ਬੇਸ਼ੱਕ ਇੱਥੇ ਕੋਈ ਗਰੀਬ ਹੋਵੇ ਸੁਦਾਮੇ ਵਰਗਾ, ਪਰ ਜੇ ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ ਤਾਂ ਉਹ ਇਨਸਾਨ ਮਹਾਨ ਹੈ। ਇੱਥੇ ਬੇਸ਼ੱਕ ਕੋਈ ਬਾਦਸ਼ਾਹ ਹੋਵੇ, ਜੇ ਉਹ ਰੱਬੀ ਗੁਣਾਂ ਦਾ ਧਾਰਨੀ ਹੈ ਤਾਂ ਉਹ ਵੀ ਮਹਾਨ ਹੈ। ਮਹਾਨਤਾ ਰੱਬੀ ਗੁਣਾਂ ਦੀ ਹੈ, ਮਹਾਨਤਾ ਜਾਤੀਆਂ ਦੀ ਨਹੀਂ ਹੈ, ਅਮੀਰੀ ਗਰੀਬੀ ਦੀ ਨਹੀਂ ਹੈ। ਮਹਾਨਤਾ ਸ਼ੁਭ ਗੁਣਾਂ ਦੀ ਹੈ, ਮਹਾਨਤਾ ਸੱਚ ਦੀ ਹੈ, ਮਹਾਨਤਾ ਉੱਚੇ ਆਚਰਨ ਦੀ ਹੈ, ਮਹਾਨਤਾ ਉੱਚੀ ਸੋਚ ਦੀ ਹੈ ਕਿ ਹੇ ਪ੍ਰਭੂ, ਜਦੋਂ ਤੇਰੀ ਸ਼ਰਨ ਵਿੱਚ ਆਏ, ਤੇਰੇ ਗੁਣਾਂ ਦੇ ਧਾਰਨੀ ਹੋਏ, ਬੇਸ਼ੱਕ ਉਦਾਸੀ ਪੁੱਤਰ ਸੀ, ਚਾਹੇ ਉਹ ਸੁਦਾਮਾ ਸੀ ਜਾਂ ਉਗਰਸੈਨ ਸੀ, ਉਹਨਾਂ ਸਾਰਿਆਂ ਦਾ ਪਾਰ ਉਤਾਰਾ ਹੋਇਆ। ਜਪਹੀਨ, ਤਪਹੀਨ, ਕੁਲਹੀਨ, ਕ੍ਰਮਹੀਨ, ਨਾਮੇ ਕੇ ਸਵਾਮੀ ਤੇਉ ਤਰੇ। ਜਪਹੀਨ ਦਾ ਮਤਲਬ ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤਾ, ਤਪਹੀਨ ਦਾ ਮਤਲਬ ਜਿਨ੍ਹਾਂ ਨੇ ਕੋਈ ਤਪ ਨਹੀਂ ਕੀਤਾ, ਕੁਲਹੀਨ ਦਾ ਮਤਲਬ ਜਿਨ੍ਹਾਂ ਦੀ ਕੋਈ ਉੱਚੀ ਜਾਤ ਨਹੀਂ ਸੀ, ਕ੍ਰਮਹੀਨ, ਕ੍ਰਮਹੀਨ ਦਾ ਮਤਲਬ ਜਿਨ੍ਹਾਂ ਨੇ ਕੋਈ ਧਾਰਮਿਕ ਮਿੱਥੇ ਹੋਏ ਕਰਮ ਨਹੀਂ ਕੀਤੇ। ਹੁਣ ਦੇਖੋ, ਧਾਰਮਿਕ ਦੁਨੀਆ ਦੇ ਅੰਦਰ ਜਪ ਕਰਨ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਕਿ ਫਲਾਂ ਬੰਦਾ ਬੜਾ ਜਪ ਜਪਦਾ ਹੈ, ਉਹ ਬੜੇ ਜਪ ਕਰਦਾ ਹੈ, ਬੜੇ ਮੰਤਰਾਂ ਦਾ ਪਾਠ ਕਰਦਾ ਹੈ, ਰਟਨ ਕਰਦਾ ਹੈ। ਤਾਂ ਇੱਥੇ ਗੁਰੂ ਜੀ ਕਹਿੰਦੇ ਨੇ ਵੀ ਜਪ ਜਿਨ੍ਹਾਂ ਨੇ ਕੀਤਾ ਹੀ ਨਹੀਂ, ਕਿਉਂਕਿ ਜਪ ਦੀ ਕੋਈ ਮਹਾਨਤਾ ਨਹੀਂ ਹੈ ਜੇ ਰੱਬੀ ਗੁਣ ਨਹੀਂ ਹਨ। ਤਾਂ ਗੁਰੂ ਜੀ ਦਾ ਪਾਵਨ ਬਚਨ ਹੈ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਤਾਂ ਜਿਹੜੇ ਜਪਹੀਨ ਸਨ, ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤਾ। ਦੂਜਾ ਹੈ ਤਪਹੀਨ, ਤਪਸਵੀ ਨੇ ਬਹੁਤ ਸਾਰੇ ਲੋਕ, ਜਿਵੇਂ ਆਪਾਂ ਬਹੁਤ ਵਾਰ ਵਿਚਾਰ ਕੀਤੀ ਹੈ ਕਿ ਕਈ ਲੋਕ 5-7 ਅੱਗ ਦੀਆਂ ਧੂਣੀਆਂ 'ਚ ਫੇਰੇ ਬਾਲ ਕੇ ਆਪ ਵਿੱਚ ਬਹਿ ਜਾਂਦੇ ਨੇ ਤੇ ਉਹਨੂੰ ਬੜਾ ਮਹਾਨ ਕਰਮ ਸਮਝਦੇ ਨੇ। ਕੋਈ ਬੰਦਾ ਸਿਆਲ ਦੇ ਦਿਨਾਂ ਵਿੱਚ ਜਲ ਧਾਰਾ ਕਰਦਾ ਹੈ, ਸਿਰ ਵਿੱਚ ਪਾਣੀ ਪਾਈ ਜਾਣਾ। ਕਈ ਲੋਕ ਪਾਣੀ ਵਿੱਚ ਖਲੋ ਕੇ ਤਪੱਸਿਆ ਕਰ ਰਹੇ ਨੇ ਕਿ ਫਲਾਂ ਬਾਬਾ ਜੀ ਪਾਣੀ ਵਿੱਚ ਖਲੋਤੇ ਨੇ, ਕੋਈ ਕਿਸੇ ਤਰ੍ਹਾਂ ਕਿੰਨੇ ਤਪ ਕਰਦੇ ਨੇ, ਉਲਟੇ ਲਟਕ ਰਹੇ ਨੇ, ਗੁਫਾਵਾਂ ਵਿੱਚ ਵੜੇ ਨੇ, ਔਰ ਇਹਨੂੰ ਧਾਰਮਿਕ ਕਰਮ ਸਮਝਿਆ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਦੀ ਰੱਬੀ ਰਾਹ ਦੇ ਵਿੱਚ ਕੋਈ ਵੈਲਿਊ ਨਹੀਂ ਹੈ। ਜਿਨ੍ਹਾਂ ਨੇ ਜਪ ਨਹੀਂ ਕੀਤਾ, ਜਿਨ੍ਹਾਂ ਨੇ ਤਪ ਨਹੀਂ ਕੀਤਾ, ਕੁਲਹੀਨ, ਜਿਨ੍ਹਾਂ ਦੀ ਕੋਈ ਉੱਚੀ ਜਾਤ ਨਹੀਂ ਸੀ। ਲੋਕ ਸਮਝਦੇ ਨਾ ਫਲਾਂ ਨੀਵੀਂ ਜਾਤ ਦਾ ਬੰਦਾ ਹੈ, ਫਲਾਂ ਉੱਚੀ ਜਾਤ ਦਾ ਬੰਦਾ ਹੈ। ਤੇ ਕ੍ਰਮਹੀਨ, ਇੱਥੇ ਕ੍ਰਮਹੀਨ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ। ਇੱਥੇ ਕਰਮ ਦਾ ਮਤਲਬ ਹੈ ਧਾਰਮਿਕ ਮਿੱਥੇ ਹੋਏ ਕਰਮ, ਜਿਵੇਂ ਵਰਤ ਰੱਖਣੇ, ਸ਼ਰਾਧ ਕਰਨੇ, ਨਰਾਤੇ ਕਰਨੇ, ਤੀਰਥਾਂ ਤੇ ਜਾਣਾ, ਹੋਰ ਬਹੁਤ ਸਾਰੇ ਐਸੇ ਕਰਮ ਨੇ, ਜੋਤਾਂ ਜਗਾਣੀਆਂ, ਧੂਪ ਬੱਤੀ ਕਰਨੀ, ਜਾਂ ਹੋਰ ਦੇਵਤਿਆਂ ਨੂੰ ਭੋਗ ਆਦਿਕ ਲਗਾਣੇ, ਕਿੰਨੇ ਸਾਰੇ ਮਿੱਥੇ ਹੋਏ ਧਾਰਮਿਕ ਕਰਮ ਨੇ। ਗੁਰੂ ਜੀ ਕਹਿੰਦੇ ਨੇ ਨਾਮੇ ਕੇ ਸਵਾਮੀ ਤੇਉ ਤਰੇ। ਤੇਉ ਦਾ ਮਤਲਬ ਉਹ, ਤਰੇ ਦਾ ਮਤਲਬ ਤਰ ਗਏ, ਨਾਮੇ ਕੇ ਸਵਾਮੀ ਦਾ ਮਤਲਬ ਪ੍ਰਭੂ ਦੀ ਸ਼ਰਨ ਵਿੱਚ ਆ ਕੇ, ਨਾਮਦੇਵ ਦੇ ਸਵਾਮੀ ਦੀ ਸ਼ਰਨ ਵਿੱਚ ਆ ਕੇ। ਤਾਂ ਨਾਮਦੇਵ ਜੀ ਕਹਿ ਰਹੇ ਨੇ ਕਿ ਭਗਤੀ ਰਹਿਤ, ਤਪੱਸਿਆ ਰਹਿਤ, ਚੰਗੇ ਘਰਾਣੇ ਰਹਿਤ ਔਰ ਚੰਗੇ ਅਮਲ ਰਹਿਤ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜਦੋਂ ਉਹ ਆਏ ਤੇ ਉਹਨਾਂ ਸਾਰਿਆਂ ਦਾ ਪਾਰ ਉਤਾਰਾ ਹੋ ਗਿਆ, ਜਿਨ੍ਹਾਂ ਨੇ ਜਪ ਵਗੈਰਾ ਨਹੀਂ ਕੀਤੇ। ਤਾਂ ਮੇਨ ਜਿਹੜੀ ਚੀਜ਼ ਹੈ ਉਹ ਹੈ ਰੱਬੀ ਰਜ਼ਾ ਦੇ ਵਿੱਚ ਤੁਰਨਾ।
ਜ਼ਿੰਦਗੀ ਦੀ ਮਹਾਨਤਾ ਹੈ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਜਪ, ਤਪ, ਕੁੱਲ ਔਰ ਮਿੱਥੇ ਹੋਏ ਧਾਰਮਿਕ ਕਰਮ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ। ਇਹਨਾਂ ਦਾ ਕੋਈ ਨਾਤਾ ਔਰ ਸੰਬੰਧ ਨਹੀਂ ਹੈ ਸੋਚ ਨੂੰ ਉੱਚੀ ਔਰ ਮਹਾਨ ਬਣਾਉਣ ਵਿੱਚ। ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਪ੍ਰਭੂ ਮਿਲਾਪ ਦੇ ਨਾਲ। ਪ੍ਰਭੂ ਮਿਲਾਪ ਦੇ ਨਾਲ ਸੰਬੰਧ ਹੈ ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣਾ। ਤਾਂ ਭਗਤ ਨਾਮਦੇਵ ਜੀ ਕਹਿ ਰਹੇ ਹਨ ਕਿ ਜਪਹੀਨ ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤਾ, ਜਿਨ੍ਹਾਂ ਨੇ ਕੋਈ ਤਪ ਨਹੀਂ ਕੀਤਾ, ਜਿਨ੍ਹਾਂ ਦੀ ਕੋਈ ਉੱਚੀ ਕੁੱਲ ਨਹੀਂ ਸੀ, ਜਿਹੜੇ ਕੋਈ ਧਾਰਮਿਕ ਕਰਮ ਨਹੀਂ ਸਨ ਕਰਦੇ, ਇਹ ਸਾਰੇ ਦੇ ਸਾਰੇ ਜਦੋਂ ਰੱਬੀ ਸ਼ਰਨ ਵਿੱਚ ਆਏ, ਰੱਬੀ ਸਿਫਤ ਸਲਾਹ ਕੀਤੀ, ਰੱਬੀ ਗੁਣਾਂ ਦੇ ਧਾਰਨੀ ਹੋਏ, ਤਾਂ ਨਾਮਦੇਵ ਦੇ ਸਵਾਮੀ ਦੀ ਸ਼ਰਨ ਵਿੱਚ ਆ ਕੇ, ਮਤਲਬ ਮਾਲਕ ਦੀ ਸ਼ਰਨ ਵਿੱਚ ਆ ਕੇ ਸਾਰੇ ਹੀ ਤਰ ਗਏ, ਵਿਕਾਰਾਂ ਤੋਂ ਬਚ ਗਏ, ਸੰਕਟਾਂ ਤੋਂ ਬਚ ਗਏ, ਪਸ਼ੂ ਵਿਰਤੀਆਂ ਤੋਂ ਬਚ ਗਏ। ਤਾਂ ਦੇਖੋ ਹਰ ਸ਼ਬਦ ਦੇ ਅੰਦਰ ਸਾਨੂੰ ਰੱਬੀ ਰਜ਼ਾ ਵਿੱਚ ਤੁਰਨ ਦੀ ਹਿਦਾਇਤ ਕੀਤੀ ਜਾ ਰਹੀ ਹੈ, ਔਗੁਣਾਂ ਨੂੰ ਤਿਆਗਣ ਦੀ ਔਰ ਗੁਣਾਂ ਦੇ ਧਾਰਨ ਹੋਣ ਦੀ ਪ੍ਰੇਰਨਾ ਗੁਰੂ ਪਾਤਸ਼ਾਹ ਸਾਨੂੰ ਦੇ ਰਹੇ ਨੇ। ਅਗਲਾ ਸ਼ਬਦ ਭਗਤ ਰਵਿਦਾਸ ਜੀ ਦਾ ਹੈ, ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪਤੀ, ਲੈਤਾ, ਪਾਲਨ ਔਰ ਸੰਚਾਲਨ ਹੋ ਰਿਹਾ ਹੈ। ਅਦਿਸਤਾ ਜਗਤ ਜਿਸ ਦਾ ਪ੍ਰਤੱਖ ਰੂਪ ਹੈ। ਸਤ ਦਾ ਮਤਲਬ ਉਹ ਸदैव ਹੈ, ਨਾਮ ਦਾ ਮਤਲਬ ਹੋਂਦ ਵਾਲਾ ਹੈ, ਕਰਤਾ ਦਾ ਮਤਲਬ ਸੰਸਾਰ ਨੂੰ ਰਚਣ ਵਾਲਾ ਹੈ, ਤੇ ਪੁਰਖ ਦਾ ਮਤਲਬ ਜਗਤ ਦੇ ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਹੈ। ਤੇ ਐਸੇ ਪ੍ਰਭੂ ਨਾਲ ਮਿਲਾਪ ਕਿਵੇਂ ਹੋਏਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਗੁਰੂ ਗਿਆਨ ਦੇ ਧਾਰਨੀ ਹੋ ਕੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ, ਐਸੀ ਪਰਮ ਸੱਤਿਆ ਜੋ ਸਤ ਹੈ, ਜੋ ਹੋਂਦ ਵਾਲਾ ਹੈ, ਜੋ ਕ੍ਰੀਏਟਰ ਹੈ, ਜੋ ਸਮਾਇਆ ਹੋਇਆ ਹੈ, ਉਹਦੇ ਨਾਲ ਮਿਲਿਆ ਜਾ ਸਕਦਾ ਹੈ, ਉਹਦੇ ਵਿੱਚ ਸਮਾਇਆ ਜਾ ਸਕਦਾ ਹੈ, ਉਹਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਸਦਕਾ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਇਹਨੂੰ ਪੋਚ ਸੋਚ ਇਕੱਠਾ ਨਹੀਂ ਪੜਨਾ, ਪੋਚ ਤੇ ਵਿਸ਼ਰਾਮ ਲਗਾਣਾ ਹੈ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਰਾਤੀ ਦੀ ਤੱਤੇ ਦੀ ਬਿਹਾਰੀ ਨਾਲ ਬਿੰਦੀ ਲਗਾਣੀ ਹੈ, ਰਾਤੀ। ਸੰਗਤ ਦਾ ਮਤਲਬ ਬਹਿਣ ਖਲੋਣ, ਸੰਗਤ ਕਰਨੀ। ਪੋਚ ਦਾ ਮਤਲਬ ਨੀਚ, ਮਾੜਾ। ਸੋਚ ਦਾ ਮਤਲਬ ਚਿੰਤਾ, ਫਿਕਰ, ਹਮੇਸ਼ਾ ਸੋਚ ਲੱਗੀ ਰਹਿਣੀ, ਚਿੰਤਾ ਲੱਗੀ ਰਹਿਣੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ, ਕਿ ਮੇਰੀ ਸੰਗਤ ਮਾੜੀ ਹੈ, ਮੇਰਾ ਬਹਿਣ ਖਲੋਣ ਮਾੜੇ ਲੋਕਾਂ ਦੇ ਨਾਲ ਹੈ, ਜਿਹੜੇ ਵਿਕਾਰੀ ਨੇ, ਜਿਨ੍ਹਾਂ ਦੀ ਨੈਗੇਟਿਵ ਥਿੰਕਿੰਗ ਹੈ, ਜਿਨ੍ਹਾਂ ਦੀ ਸੋਚ ਮਾੜੀ ਹੈ, ਬੋਲ ਬਾਣੀ ਮਾੜੀ ਹੈ, ਬਿਹੇਵੀਅਰ ਮਾੜਾ ਹੈ, ਮੇਰੀ ਸੰਗਤ ਉਹਨਾਂ ਦੇ ਨਾਲ ਹੈ, ਇਹ ਮੈਨੂੰ ਚਿੰਤਾ ਖਾਈ ਜਾ ਰਹੀ। ਦੂਜੀ ਗੱਲ ਇੱਥੋਂ ਸਾਨੂੰ ਹੁਣ ਜੋ ਮਿਲ ਰਿਹਾ ਹੈ ਜ਼ਿੰਦਗੀ ਜੀਣ ਲਈ, ਕਿ ਜੇ ਤੁਸੀਂ ਨੈਗੇਟਿਵ ਲੋਕਾਂ ਦੀ ਸੰਗਤ ਕਰੋਗੇ, ਜੇ ਵਿਕਾਰੀ ਲੋਕਾਂ ਦੀ ਸੰਗਤ ਕਰੋਗੇ, ਤਾਂ ਚਿੰਤਾ ਦੇ ਵਿੱਚ ਪੈ ਜਾਓਗੇ, ਚਿੰਤਾ ਔਰ ਫਿਕਰ ਵੱਧ ਜਾਣਗੇ। ਚਿੰਤਾ ਔਰ ਫਿਕਰ ਦਾ ਕਾਰਨ ਹੀ ਨੈਗੇਟਿਵਿਟੀ ਹੈ, ਨੈਗੇਟਿਵ ਲੋਕਾਂ ਦੀ ਸੋਚ, ਵਿਕਾਰੀ ਲੋਕਾਂ ਦੀ ਸੋਚ। ਜਿੱਥੇ ਬੋਲ ਹਮੇਸ਼ਾ ਨੈਗੇਟਿਵ ਹੋਣ, ਨਕਾਰਾਤਮਕ ਹੋਣ, ਜਿੱਥੇ ਬਿਹੇਵੀਅਰ ਹਮੇਸ਼ਾ ਵਿਕਾਰਾਂ ਵਾਲਾ ਹੋਵੇ, ਐਸੇ ਲੋਕਾਂ ਦੀ ਸੰਗਤ ਕਰਕੇ ਕੀ ਤੁਸੀਂ ਖੁਸ਼ ਰਹਿ ਸਕਦੇ ਹੋ, ਸ਼ਾਂਤ ਰਹਿ ਸਕਦੇ ਹੋ? ਦੇਖੋ ਕਈ ਵਾਰ ਬੜਾ ਸ਼ਾਂਤ ਮਾਹੌਲ ਹੁੰਦਾ ਹੈ, ਅਸੀਂ ਬੜੇ ਪਿਆਰ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ, ਕਿਸੇ ਵੀ ਜਾਈਏ, ਅਸੀਂ ਕਲਾਸ ਵਿੱਚ ਬੈਠੇ ਹਾਂ, ਜਾਂ ਅਸੀਂ ਕਿਸੇ ਵਿਆਹ ਸ਼ਾਦੀ ਤੇ ਜਾਈਏ, ਜਾਂ ਕਿਤੇ ਯਾਰਾਂ ਦੋਸਤਾਂ ਨਾਲ ਬੈਠੇ ਹੋਈਏ, ਜਾਂ ਹੋਰ ਕਿਤੇ ਵੀ ਕਿਸੇ ਸਭਾ ਸੁਸਾਇਟੀ ਵਿੱਚ ਬਹਿ ਕੇ ਬਹੁਤ ਪਿਆਰ ਦੀਆਂ ਗੱਲਾਂ ਕਰ ਰਹੇ ਹਾਂ, ਬੜਾ ਚੰਗਾ ਸੋਹਣਾ ਮਾਹੌਲ ਬਣਿਆ ਹੋਇਆ ਹੈ। ਲੇਕਿਨ ਇੱਕ ਬੰਦਾ ਐਸਾ ਆਂਦਾ ਹੈ ਕਿ ਉਹ ਆਉਂਦਿਆਂ ਹੀ ਨੈਗੇਟਿਵ ਸੋਚ ਸ਼ੁਰੂ ਕਰ ਦਿੰਦਾ ਹੈ, ਨੈਗੇਟਿਵ ਬੋਲਣਾ ਸ਼ੁਰੂ ਕਰ ਦਿੰਦਾ ਹੈ, ਸਮੱਸਿਆਵਾਂ ਗਿਣਾਉਣੀਆਂ ਸ਼ੁਰੂ ਕਰ ਦਿੰਦਾ ਹੈ, ਤਾਂ ਸਾਰੇ ਦਾ ਸਾਰਾ ਮਾਹੌਲ ਹੀ ਅਸਤ-ਵਿਅਸਤ ਹੋ ਜਾਂਦਾ ਹੈ। ਕਿਉਂ ਅਸਤ-ਵਿਅਸਤ ਹੋ ਗਿਆ? ਸਿਰਫ ਇੱਕ ਬੰਦੇ ਦੇ ਨੈਗੇਟਿਵ ਬੋਲਾਂ ਨੇ ਪੂਰੇ ਦੇ ਪੂਰੇ ਮਾਹੌਲ ਦਾ ਨਾਸ ਮਾਰਤਾ। ਤੇ ਜਿੱਥੇ ਜ਼ਿਆਦੇ ਲੋਕ ਐਸੇ ਹੋਣ ਨੈਗੇਟਿਵ ਬੋਲਾਂ ਵਾਲੇ, ਔਰ ਉਹਨਾਂ ਲੋਕਾਂ ਦੇ ਵਿੱਚ ਕੋਈ ਇੱਕ ਦੋ ਬੰਦੇ ਪੋਜ਼ਿਟਿਵ ਫਸੇ ਹੋਣ, ਉਹਨਾਂ ਦਾ ਹਾਲ ਕੀ ਹੋਏਗਾ?
ਉਹਨਾਂ ਦਾ ਹਾਲ ਕੀ ਹੋ ਜਾਏਗਾ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਹਮੇਸ਼ਾ ਚਿੰਤਿਤ ਹਾਂ ਕਿ ਮੇਰਾ ਕੀ ਬਣੇਗਾ, ਮੇਰੀ ਸੰਗਤ ਹੀ ਮਾੜੇ ਲੋਕਾਂ ਦੇ ਨਾਲ ਹੈ, ਬਹਿਣ ਖਲੋਣ ਵੀ ਮਾੜੇ ਲੋਕਾਂ ਦੇ ਨਾਲ। ਇਸ ਲਈ ਸਾਨੂੰ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਨੈਗੇਟਿਵ ਲੋਕ ਨੇ, ਯਾਨੀ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੀ ਸੋਚ ਮਾੜੀ ਹੈ, ਪਾਪ ਵਿਕਾਰ ਵਾਲੇ ਨੇ, ਉਹਨਾਂ ਦੀ ਸੰਗਤ ਨਾ ਕਰੋ, ਬਚੋ। ਸੰਗਤ ਕਰਨ ਦਾ ਮਤਲਬ ਇਹ ਨਹੀਂ ਕਿਸੇ ਬੋਲ ਚਾਲ ਨਹੀਂ, ਸੰਗਤ ਦਾ ਮਤਲਬ ਉਹਨਾਂ ਦੇ ਨਾਲ, ਉਹਨਾਂ ਲੋਕਾਂ ਦੇ ਕਰਮਾਂ ਨੂੰ ਅਵੋਇਡ ਕਰੋ, ਉਹਨਾਂ ਰਾਹਾਂ ਦੇ ਉੱਤੇ ਨਾ ਤੁਰੋ। ਸੰਗਤ ਕਰਨ ਦਾ ਮਤਲਬ ਉਹਨਾਂ ਰਾਹਾਂ ਤੇ ਨਾ ਜਾਓ। ਜੇ ਉਹਨਾਂ ਰਾਹਾਂ ਤੇ ਜਾਓਗੇ ਤਾਂ ਜ਼ਿੰਦਗੀ ਬਰਬਾਦ ਹੋਊਗੀ। ਚੰਗੇ ਲੋਕਾਂ ਦੀ ਸੰਗਤ ਕਰੋ, ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ, ਗੁਣਵਾਨਾਂ ਦੀ ਸੰਗਤ ਕਰੋ, ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਨੇ ਉਹਨਾਂ ਦਾ ਸਾਥ ਕਰੋ, ਕਿਉਂਕਿ ਵੈਸਾ ਉਤਸ਼ਾਹ ਮਿਲੇਗਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਹੁਣ ਕੁਟਿਲਤਾ ਦਾ ਮਤਲਬ, ਕੁਟ ਦਾ ਮਤਲਬ ਹੁੰਦਾ ਹੈ ਡਿੰਗੀ ਲਕੀਰ, ਕੁਟਿਲ ਦਾ ਮਤਲਬ ਵਿੰਗੀਆਂ ਚਾਲਾਂ ਚੱਲਣ ਵਾਲਾ, ਖੋਟਾ। ਕੁਟਿਲਤਾ ਦਾ ਮਤਲਬ ਵਿੰਗੀਆਂ ਚਾਲਾਂ ਚੱਲਣ ਦਾ ਸੁਭਾਅ, ਚੁਗਲੀ, ਨਿੰਦਾ, ਫਰੇਬ, ਅੰਦਰੋਂ ਹੋਰ ਬਾਹਰੋਂ ਹੋਰ, ਧੋਖਾ ਧੜੀ, ਉਹਨੂੰ ਕਹਿੰਦੇ ਨੇ, ਖੋਟੇ ਬੰਦੇ ਨੂੰ ਕਹਿੰਦੇ ਨੇ ਕੁਟਿਲ ਕਰਮ ਕਰਨ ਵਾਲਾ। ਕੁਭਾਂਤੀ, ਕੁਭਾਂਤੀ ਦਾ ਮਤਲਬ ਭੈੜੀ ਤਰ੍ਹਾਂ ਦਾ, ਭੈੜੀ ਭਾਂਤੀ ਦਾ, ਭੈੜੀ ਕਿਸਮ ਦਾ। ਖੋਟ ਮੇਰਾ ਨਿਤ ਕਰਮ ਹੈ, ਮੇਰਾ ਕਰਮ ਕੁਟਿਲਤਾ, ਨਿਤ ਦਾ ਮੇਰਾ ਕਰਮ ਹੈ। ਕੁਟਿਲਤਾ ਦਾ ਮਤਲਬ ਖੋਟ, ਮੈਂ ਖੋਟ ਕਮਾਉਂਦਾ ਹਾਂ। ਜਨਮ ਕੁਭਾਂਤੀ, ਤੇ ਮੇਰਾ ਜਨਮ ਜਿਹੜਾ ਹੈ, ਜੀਵਨ ਦਾ ਢੰਗ ਹੈ, ਉਹ ਵੀ ਨੀਵੀਂ ਕਿਸਮ ਦਾ ਹੈ। ਖੋਟ ਮੈਂ ਕਮਾ ਰਿਹਾ ਤੇ ਮੇਰੀ ਸੋਚ ਵੀ ਨੀਵੀਂ ਕਿਸਮ ਦੀ, ਔਰ ਬਹਿਣ ਖਲੋਣ ਵੀ ਮੇਰਾ ਮਾੜਿਆਂ ਦੇ ਨਾਲ। ਹੁਣ ਦੇਖੋ, ਜਿਸ ਦੀ ਸੋਚ ਵੀ ਮਾੜੀ ਹੋਵੇ, ਜਿਹੜਾ ਖੋਟੀਆਂ ਚਾਲਾਂ ਚੱਲਦਾ ਹੋਵੇ, ਜਿਹਦਾ ਜ਼ਿੰਦਗੀ ਜੀਣ ਦਾ ਆਪਣਾ ਢੰਗ ਵੀ ਭੈੜਾ ਹੋਵੇ, ਤੇ ਉਹਦਾ ਬਹਿਣ ਖਲੋਣ ਵੀ ਮਾੜੇ ਲੋਕਾਂ ਦੇ ਨਾਲ ਹੋਵੇ, ਕੀ ਉਹ ਬੰਦਾ ਸੁਖੀ ਰਹਿ ਸਕਦਾ ਹੈ? ਬਿਲਕੁਲ ਨਹੀਂ ਰਹੇਗਾ। ਤੇ ਕੀ ਐਸਾ ਬੰਦਾ ਜਿਹਦੀ ਸੋਚ ਖੋਟੀ ਹੋਵੇ, ਜਿਹਦਾ ਬਿਹੇਵੀਅਰ ਮਾੜਾ ਹੋਵੇ, ਜਿਹਦੇ ਬੋਲਾਂ ਵਿੱਚ ਕਰਖਤਪੁਣਾ ਹੋਵੇ, ਕੀ ਉਹ ਦੂਜੇ ਲੋਕਾਂ ਨੂੰ ਸ਼ਾਂਤ ਰਹਿਣ ਦੇਗਾ? ਆਪ ਵੀ ਅਸ਼ਾਂਤ ਰਹੇਗਾ, ਉਹ ਦੁਨੀਆ ਵਿੱਚ ਅਸ਼ਾਂਤੀ ਵੀ ਫੈਲਾਏਗਾ। ਤਾਂ ਇੱਥੇ ਭਗਤ ਰਵਿਦਾਸ ਜੀ ਫਸਟ ਪਰਸਨ ਰਾਹੀਂ ਉਪਦੇਸ਼ ਕਰ ਰਹੇ ਨੇ, ਕਿਉਂਕਿ ਉਪਦੇਸ਼ ਕਰਨ ਦੇ 3 ਤਰੀਕੇ ਨੇ, ਫਸਟ ਪਰਸਨ ਰਾਹੀਂ, ਸੈਕੰਡ ਪਰਸਨ ਰਾਹੀਂ ਔਰ ਥਰਡ ਪਰਸਨ ਰਾਹੀਂ। ਯਾਨੀ ਗੱਲ ਸਾਂਝੀ ਕਹਿਣੀ ਹੈ, ਸਾਰੀ ਦੁਨੀਆ ਲਈ ਉਪਦੇਸ਼, ਲੇਕਿਨ ਕਿਸੇ ਇੱਕ ਦਾ ਨਾਮ ਲੈ ਕੇ, ਮਿਸਾਲ ਲੈ ਕੇ। ਫਸਟ ਪਰਸਨ ਦਾ ਮਤਲਬ ਆਪਣਾ ਨਾਮ ਲੈ ਕੇ, ਜਿਵੇਂ ਭਗਤ ਰਵਿਦਾਸ ਜੀ ਆਪਣੀ ਗੱਲ ਕਰ ਰਹੇ ਨੇ, ਨਾਮ ਆਪਣਾ ਵਰਤ ਰਹੇ ਨੇ, ਇਹਨੂੰ ਕਹਿੰਦੇ ਨੇ ਫਸਟ ਪਰਸਨ ਰਾਹੀਂ। ਗੱਲ ਸਾਰੇ ਸੰਸਾਰ ਦੀ ਸਾਂਝੀ ਹੋ ਰਹੀ ਹੈ। ਗੱਲ ਇਹ ਕਹੀ ਜਾ ਰਹੀ ਹੈ ਕਿ ਮਾੜੀ ਸੰਗਤ, ਮਾੜੀ ਸੋਚ, ਖੋਟੀਆਂ ਚਾਲਾਂ, ਇਹ ਬਿਲਕੁਲ ਮਾੜੀਆਂ ਨੇ। ਜੋ ਵੀ ਬੰਦਾ ਐਸਾ ਕਰੇਗਾ, ਉਹ ਬੰਦਾ ਦੁਖੀ ਹੋਏਗਾ, ਦੁੱਖ ਫੈਲਾਏਗਾ। ਇਹ ਹੋ ਗਿਆ ਫਸਟ ਪਰਸਨ ਰਾਹੀਂ ਗੱਲ ਕਰਨੀ, ਆਪਣਾ ਨਾਮ ਲੈ ਕੇ। ਸੈਕੰਡ ਪਰਸਨ ਦਾ ਮਤਲਬ ਹੈ ਕਿ ਜੋ ਸਾਡੇ ਸਾਹਮਣੇ ਬੈਠਾ ਹੋਇਆ ਹੈ, ਉਹਦਾ ਨਾਮ ਲੈ ਕੇ ਗੱਲ ਕਰਨੀ। ਨਾਮ ਦੂਜੇ ਦਾ ਲੈਣਾ, ਸਾਹਮਣੇ ਵਾਲੇ ਦਾ, ਔਰ ਗੱਲ ਸਾਂਝੀ ਕਰਨੀ। ਜਿਵੇਂ ਮੈਂ ਇੱਥੇ ਹੁਣ ਆਪਾਂ ਕਲਾਸ ਵਿੱਚ ਹਾਂ ਨਾ, ਤਾਂ ਮੈਂ ਜਸਵਿੰਦਰ ਸਿੰਘ ਵੀਰ ਜੀ ਦਾ ਨਾਮ ਯੂਜ਼ ਕਰ ਲਵਾਂ ਤਾਂ ਸੈਕੰਡ ਪਰਸਨ ਹੋ ਗਏ, ਗੱਲ ਸਾਂਝੀ। ਦੂਜਾ ਢੰਗ ਹੈ ਸੈਕੰਡ ਪਰਸਨ। ਤੀਜਾ ਹੈ ਥਰਡ ਪਰਸਨ। ਥਰਡ ਪਰਸਨ ਦਾ ਮਤਲਬ ਗੱਲ ਮੈਂ ਕਰਾਂ, ਪਰ ਗੱਲ ਉਹਦਾ ਨਾਮ ਲੈ ਕੇ ਕਰਾਂ ਕਿ ਜੋ ਹਾਜ਼ਰ ਨਹੀਂ ਹੈ। ਜਿਵੇਂ ਮੈਂ ਕਹਾਂ ਕਿ ਕੋਈ ਬੰਦਾ ਹੈ, ਜਿਹੜਾ ਬੰਦਾ ਖੋਟ ਕਮਾਉਂਦਾ ਹੈ ਤਾਂ ਉਹ ਹਾਜ਼ਰ ਨਹੀਂ ਹੈ, ਤਾਂ ਇੱਥੇ ਫਸਟ ਪਰਸਨ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਜੋ ਮਾੜੀ ਸੋਚ ਹੈ, ਮਾੜੀ ਕਿਸਮ ਦਾ ਜੀਵਨ ਹੈ, ਟੇਢੀਆਂ ਚਾਲਾਂ ਚੱਲਣੀਆਂ ਨੇ, ਮਾੜੀ ਸੰਗਤ ਕਰਨੀ ਹੈ, ਇਹ ਬਿਲਕੁਲ ਠੀਕ ਨਹੀਂ, ਇਹ ਗਲਤ ਹੈ। ਇਹਨਾਂ ਕਰਕੇ ਚਿੰਤਾਵਾਂ ਔਰ ਡਰ ਪੈਦਾ ਹੁੰਦੇ ਨੇ। ਤਾਂ ਹੁਣ ਸਮਝਾ ਰਹੇ ਨੇ, ਰਾਮ ਗੁਸਈਆਂ ਜੀ ਕੇ ਜੀਵਨਾ। ਗੁਸਈਆਂ ਦਾ ਮਤਲਬ ਗੋਸਾਈ, ਗੋ ਦਾ ਮਤਲਬ ਸ੍ਰਿਸ਼ਟੀ, ਸਾਈਂ ਦਾ ਮਤਲਬ ਮਾਲਕ। ਗੁਸਾਈ ਦਾ ਮਤਲਬ ਧਰਤੀ ਦਾ ਸਾਈਂ, ਧਰਤੀ ਦਾ ਮਾਲਕ, ਇਹ ਸ੍ਰਿਸ਼ਟੀ ਦਾ ਮਾਲਕ। ਜੀ ਕੇ ਜੀਵਨਾਂ ਦਾ ਮਤਲਬ ਜੋ ਜੀਵਾਂ ਦੇ ਜਾਨ ਹੈ, ਜੀਵਾਂ ਨੂੰ ਜਿੰਦ ਬਖਸ਼ਣ ਵਾਲਾ ਹੈ। ਹੇ ਵਾਹਿਗੁਰੂ, ਹੇ ਰਮੇ ਹੋਏ ਪ੍ਰਭੂ, ਹੇ ਐ ਸ੍ਰਿਸ਼ਟੀ ਦੇ ਸਾਈਂ, ਹੇ ਮੇਰੀ ਜਿੰਦ ਦੇ ਆਸਰੇ, ਹੇ ਸੰਸਾਰ ਨੂੰ ਜ਼ਿੰਦਗੀ ਬਖਸ਼ਣ ਵਾਲੇ ਪ੍ਰਭੂ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਕਿ ਹੇ ਪ੍ਰਭੂ, ਮੈਨੂੰ ਕਦੀ ਨਾ ਭੁਲਾਓ, ਮੈਂ ਤੇਰਾ ਦਾਸ ਹਾਂ। ਤਾਂ ਹੁਣ ਸਾਨੂੰ ਇੱਥੇ ਉਪਦੇਸ਼ ਦੇ ਰਹੇ ਨੇ ਕਿ ਮਾੜੀ ਸੰਗਤ,
ਮਾੜੀ ਸੋਚ, ਟੇਢੀਆਂ ਚਾਲਾਂ, ਇਹਨਾਂ ਨੂੰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਔਰ ਰੱਬੀ ਯਾਦ ਦੇ ਅੰਦਰ ਆਪਣੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਪ੍ਰਭੂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਓ, ਉਹਨੂੰ ਆਪਣੇ ਜਿੰਦ ਦਾ ਸਹਾਰਾ ਬਣਾਓ। ਆਪਣੀ ਜਿੰਦ ਦਾ ਸਹਾਰਾ ਵਿਕਾਰਾਂ ਨੂੰ ਨਾ ਬਣਾਓ, ਟੇਢੀਆਂ ਚਾਲਾਂ ਨੂੰ ਨਾ ਬਣਾਓ, ਕਰਖਤ ਬੋਲਾਂ ਨੂੰ ਨਾ ਬਣਾਓ। ਆਪਣੀ ਜੀਵਨ ਦਾ ਸਹਾਰਾ ਮਾੜੀ ਸੰਗਤ ਨੂੰ ਨਾ ਬਣਾਓ। ਆਪਣੀ ਜਿੰਦ ਦਾ, ਜੀਵਨ ਦਾ ਸਹਾਰਾ ਰੱਬ ਨੂੰ ਬਣਾਓ, ਰੱਬੀ ਗੁਣਾਂ ਨੂੰ ਬਣਾਓ। ਉਹਨੂੰ ਹਮੇਸ਼ਾ ਆਪਣੀ ਯਾਦ ਦੇ ਅੰਦਰ ਟਿਕਾ ਕੇ ਰੱਖੋ। ਮੇਰੀ ਹਰੋ ਵਿਪਤ ਜਨ ਕਰੋ ਸੁਭਾਈ। ਸੁਭਾਈ ਦਾ ਮਤਲਬ ਸੋਹਣੇ ਪਿਆਰ ਵਾਲਾ, ਚੰਗੀ ਭਾਵਨਾ ਵਾਲਾ। ਭਾਈ ਦਾ ਮਤਲਬ ਭਰਾ ਵੀ ਹੁੰਦਾ ਹੈ ਤੇ ਭਾਈ ਦਾ ਮਤਲਬ ਪ੍ਰੇਮ ਵੀ ਹੁੰਦਾ ਹੈ। ਭਾਈ ਦਾ ਮਤਲਬ, ਸੁਭਾਈ ਦਾ ਮਤਲਬ ਸੋਹਣੇ ਪਿਆਰ ਵਾਲਾ, ਸੋਹਣੇ ਸੁਭਾਅ ਵਾਲਾ, ਚੰਗੀ ਭਾਵਨਾ ਵਾਲਾ। ਹਰੋ ਦਾ ਮਤਲਬ ਦੂਰ ਕਰੋ। ਵਿਪਤ ਦਾ ਮਤਲਬ ਮੁਸੀਬਤ। ਹੁਣ ਦੇਖੋ, ਇਹ ਮੁਸੀਬਤ ਜ਼ਿੰਦਗੀ ਵਿੱਚ ਕਿਉਂ ਆ ਗਈ? ਭੈੜੀ ਸੰਗਤ ਕਰੋਗੇ, ਮੁਸੀਬਤ ਪੈਦਾ ਹੋਏਗੀ। ਖੋਟ ਕਮਾਓਗੇ, ਮੁਸੀਬਤ ਪੈਦਾ ਹੋਏਗੀ। ਜੀਵਨ ਨੂੰ ਨੀਵੀਂ ਕਿਸਮ ਦਾ ਬਣਾ ਲੋਗੇ ਤਾਂ ਮੁਸੀਬਤ ਪੈਦਾ ਹੋ ਜਾਏਗੀ ਨਾ ਜ਼ਿੰਦਗੀ 'ਚ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ, ਮੇਰੀ ਇਹ ਮੁਸੀਬਤ ਦੂਰ ਕਰੋ, ਮੈਨੂੰ ਇਹਨਾਂ ਮੁਸੀਬਤਾਂ ਚੋਂ ਬਾਹਰ ਕੱਢੋ ਕਿ ਮੈਂ ਮਾੜੀ ਸੰਗਤ ਨਾ ਕਰਾਂ, ਖੋਟੀਆਂ ਚਾਲਾਂ ਨਾ ਚੱਲਾਂ, ਆਪਣੇ ਜੀਵਨ ਨੂੰ ਨੀਵੀਂ ਕਿਸਮ ਦਾ ਨਾ ਬਣਾਵਾਂ। ਜਨ ਕਰੋ ਸੁਭਾਈ, ਮੈਂ ਤੇਰਾ ਦਾਸ ਹਾਂ, ਮੈਨੂੰ ਚੰਗੀ ਭਾਵਨਾ ਵਾਲਾ ਬਣਾਓ। ਮੇਰੇ ਅੰਦਰ ਰੱਬੀ ਪਿਆਰ ਪੈਦਾ ਕਰੋ, ਮੇਰੇ ਅੰਦਰ ਇਨਸਾਨੀਅਤ ਪੈਦਾ ਕਰੋ। ਤਾਂ ਇਥੋਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਭਾਵਨਾਵਾਂ ਚੰਗੀਆਂ ਨਹੀਂ ਤਾਂ ਜ਼ਿੰਦਗੀ ਅੰਦਰ ਮੁਸੀਬਤ ਖੜੀ ਹੋ ਜਾਏਗੀ। ਤੇ ਜੇ ਜ਼ਿੰਦਗੀ ਵਿੱਚ ਐਸੀ ਮੁਸੀਬਤ ਕੋਈ ਖੜੀ ਕਰ ਬੈਠਾ ਹੈ ਗਲਤੀ ਨਾਲ ਜਾਂ ਜਾਣ ਬੁੱਝ ਕੇ, ਕਿ ਨੈਗੇਟਿਵ ਸੋਚਦਾ ਹੈ, ਨੈਗੇਟਿਵ ਲੋਕਾਂ ਦੀ ਸੰਗਤ ਹੈ, ਟੇਢੀਆਂ ਚਾਲਾਂ ਚੱਲਦਾ ਹੈ, ਧੋਖੇ ਦਿੰਦਾ ਹੈ, ਜੀਵਨ ਨੀਵੀਂ ਕਿਸਮ ਦਾ ਹੋ ਗਿਆ ਹੈ ਨਾ, ਤਾਂ ਇਹਦਾ ਮਤਲਬ ਜੇ ਅਸੀਂ ਰੱਬ ਦੇ ਚਰਨਾਂ ਦੀ ਸ਼ਰਨ ਲਈਏ ਤੇ ਸਾਡੀ ਭਾਵਨਾ ਬਦਲ ਸਕਦੀ ਹੈ, ਅਸੀਂ ਚੰਗੀ ਭਾਵਨਾ ਵਾਲੇ ਹੋ ਸਕਦੇ ਹਾਂ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਹੈ। ਆਪਣਾ ਗੋਲ ਐਸਾ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਮੁਸੀਬਤਾਂ ਚੋਂ ਬਾਹਰ ਨਿਕਲ ਕੇ ਚੰਗੀ ਭਾਵਨਾ ਵਾਲੇ ਇਨਸਾਨ ਬਣ ਕੇ ਜ਼ਿੰਦਗੀ ਜੀਣੀ ਹੈ। ਚਰਨ ਨਾ ਛਾਡੋ ਸ਼ਰੀਰ ਕਲ ਜਾਈ। ਕਲ ਦਾ ਮਤਲਬ ਸੱਤਿਆ, ਜਾਈ ਦਾ ਮਤਲਬ ਚਲੀ ਜਾਏ, ਸ਼ਰੀਰ ਕਲ ਦਾ ਮਤਲਬ ਸ਼ਰੀਰ ਦੀ ਸੱਤਿਆ। ਸ਼ਰੀਰ ਦੀ ਸੱਤਿਆ ਦਾ ਮਤਲਬ ਚਲੀ ਜਾਏ ਦਾ ਮਤਲਬ ਬੇਸ਼ੱਕ ਮੇਰੀ ਜਾਨ ਚਲੀ ਜਾਏ। ਚਰਨ ਨਾ ਛਾਡੋ, हे ਮਾਲਕ ਮੇਰੇ ਤੇ ਰਹਿਮਤ ਕਰ ਕਿ ਮੈਂ ਤੇਰੇ ਚਰਨ ਨਾ ਛੱਡਾਂ, ਤੇਰੇ ਗੁਣਾਂ ਦਾ ਤਿਆਗ ਨਾ ਕਰਾਂ, ਤੇਰੀ ਰਜ਼ਾ ਭਾਣੇ ਤੋਂ ਦੂਰ ਨਾ ਜਾਵਾਂ। ਮੇਰੀ ਸ਼ਰੀਰ ਦੀ ਸੱਤਿਆ ਬੇਸ਼ੱਕ ਖਤਮ ਹੋ ਜਾਏ, ਮੇਰੀ ਜਾਨ ਬੇਸ਼ੱਕ ਚਲੀ ਜਾਏ, ਲੇਕਿਨ ਮੈਂ ਤੇਰੇ ਗੁਣਾਂ ਦਾ ਧਾਰ ਨਹੀਂ ਰਹਾ। ਮੈਂ ਤੇਰੇ ਚਰਨ ਨਾ ਛੱਡਾਂ, ਮੇਰੇ ਤੇ ਐਸੀ ਰਹਿਮਤ ਕਰ। ਤਾਂ ਆਪਣੀ ਜ਼ਿੰਦਗੀ ਦਾ ਇਹ ਗੋਲ ਬਣਾਉਣਾ ਹੈ ਕਿ ਜਾਨ ਖਤਮ ਹੁੰਦੀ ਹੈ ਚਲੀ ਜਾਏ, ਜੀਵਨ ਖਤਮ ਹੁੰਦਾ ਹੈ ਚਲਾ ਜਾਏ, ਲੇਕਿਨ ਜ਼ਮੀਰ ਨਾ ਮਰੇ, ਖੋਟ ਨਾ ਕਮਾਈਏ, ਅੰਦਰੋਂ ਸੱਚ ਨਾ ਮਰੇ, ਅੰਦਰੋਂ ਇਨਸਾਨੀਅਤ ਨਾ ਮਰੇ, ਰੱਬੀ ਗੁਣਾਂ ਦੇ ਨਾਲੋਂ ਸਾਡਾ ਸੰਬੰਧ ਨਾ ਟੁੱਟੇ। ਐਸੀ ਮੇਰੇ ਤੇ ਮਾਲਕ ਰਹਿਮਤ ਔਰ ਬਖਸ਼ਿਸ਼ ਕਰ, ਮੈਂ ਐਸੀ ਜ਼ਿੰਦਗੀ ਜੀਵਾਂ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ। ਇਹਨੂੰ ਸਾਂਭਾ ਨਹੀਂ ਪੜਨਾ, ਸਾਂਭਾ। ਪਰੋਂ ਨਹੀਂ ਪੜਨਾ, ਪਰੋਂ, ਕਿਉਂਕਿ ਫਸਟ ਪਰਸਨ ਦੀ ਗੱਲ ਹੋ ਰਹੀ ਹੈ। ਪਰੋਂ ਦਾ ਮਤਲਬ ਮੈਂ ਪੈਂਦਾ ਹਾਂ, ਮੈਂ ਪਿਆ ਹਾਂ। ਸਾਂਭਾ ਦਾ ਮਤਲਬ ਸੰਭਾਲ, ਸ਼ਰਨ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ हे ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਪਿਆ ਹਾਂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਮੈਂ ਤੇਰੀ ਚਰਨਾਂ ਦੀ ਸ਼ਰਨ ਲਈ ਹੈ ਔਰ ਤੇਰੇ ਚਰਨਾਂ ਦੀ ਸ਼ਰਨ ਦੇ ਅੰਦਰ ਮੈਂ ਜੀ ਰਿਹਾ ਹਾਂ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ, ਕਿ ਮੈਂ ਤੇਰੀ ਸ਼ਰਨ ਪਿਆ ਹਾਂ। ਬੇਗ ਮਿਲੋ ਜਨ ਕਰ ਨਾ ਬਿਲਾਂਬਾ। ਬੇਗ ਦਾ ਮਤਲਬ ਛੇਤੀ, ਬਿਲਾਂਬਾ ਦਾ ਮਤਲਬ ਢਿੱਲ। ਮੈਨੂੰ ਸੇਵਕ ਨੂੰ ਛੇਤੀ ਮਿਲ ਪ੍ਰਭੂ, ਦੇਰ ਨਾ ਕਰ, ਮੈਨੂੰ ਮਿਲ, ਮੈਂ ਤੇਰੇ ਅੰਦਰ ਮਿਲ ਜਾਵਾਂ, ਤੂੰ ਮੇਰੇ ਅੰਦਰ ਆਣ ਕੇ ਵਸ ਜਾਏ, ਤੇਰੇ ਗੁਣ ਮੇਰੇ ਹਿਰਦੇ ਵਿੱਚ ਵਸ ਜਾਣ, ਤੇਰੇ ਗੁਣ ਮੇਰੇ ਹਿਰਦੇ ਵਿੱਚ ਵਸ ਜਾਣ, ਮੈਂ ਤੇਰੇ ਅੰਦਰ ਸਮਾ ਜਾਵਾਂ, ਜਲਦੀ ਕਰ। ਮੀਨਸ ਕਿ ਸਾਨੂੰ ਇੱਥੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਿੰਨੀ ਵੀ ਛੇਤੀ ਹੁੰਦਾ ਹੈ, ਉਨੀ ਛੇਤੀ ਇਹਨਾਂ ਮੁਸੀਬਤਾਂ ਦੇ ਵਿੱਚੋਂ ਬਾਹਰ ਨਿਕਲ ਕੇ ਰੱਬ ਦੀ ਸ਼ਰਨ ਵਿੱਚ ਚਲੇ ਜਾਓ। ਜਿੰਨੀ ਵੀ ਛੇਤੀ ਹੁੰਦਾ ਹੈ ਰੱਬ ਦੇ ਵਿੱਚ ਮਿਲ ਜਾਓ। ਔਗਣਾਂ ਨੂੰ ਤਿਆਗ ਦਿਓ, ਮਾੜੀ ਸੰਗਤ ਨੂੰ ਤਿਆਗ ਦਿਓ,
ਟੇਡੀਆਂ ਚਾਲਾਂ ਚੱਲਣੀਆਂ ਛੱਡ ਦਿਓ, ਖੋਟ ਛੱਡ ਦਿਓ, ਨੀਵੇਂ ਜੀਵਨ ਨੂੰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਜਿੰਨੀ ਵੀ ਛੇਤੀ ਹੁੰਦਾ ਹੈ ਉਸ ਪ੍ਰਭੂ ਦੇ ਨਾਲ ਮਿਲ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰੋ। ਅਗਲਾ ਬਚਨ ਕਰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਉ। ਭਗਤ ਰਵਿਦਾਸ ਜੀ ਦਾ ਹੀ ਇਹ ਪਾਵਨ ਸ਼ਬਦ ਹੈ ਔਰ ਇਸ ਸ਼ਬਦ ਦੇ ਅੰਦਰ ਇੱਕ ਐਸੀ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਜਿਸ ਅਵਸਥਾ ਤੇ ਜਾ ਕੇ ਚਿੰਤਾਵਾਂ, ਫਿਕਰ, ਕਾੜੇ, ਅੰਦੇਸ਼ੇ ਮਿਟ ਜਾਂਦੇ ਨੇ। ਐਸੇ ਜੀਵਨ ਦੀ, ਐਸੀ ਸੋਚ ਦੀ ਗੱਲ ਕਰ ਰਹੇ ਨੇ ਔਰ ਐਸੀ ਸੋਚ ਕਿਵੇਂ ਬਣੇਗੀ ਇਸ ਪਾਵਨ ਸ਼ਬਦ ਰਾਹੀਂ ਸਮਝਾ ਰਹੇ ਨੇ। ਔਰ ਜਦੋਂ ਬੰਦਾ, ਕੱਲਾ ਬੰਦਾ ਐਸੀ ਜ਼ਿੰਦਗੀ ਜੀ ਸਕਦਾ ਹੋਵੇ ਨਾ, ਗਮਾਂ ਤੋਂ ਰਹਿਤ, ਚਿੰਤਾਵਾਂ ਤੋਂ ਰਹਿਤ, ਖੁਸ਼ੀਆਂ ਵਾਲੀ ਜ਼ਿੰਦਗੀ, ਜੇ ਮੈਂ ਜੀ ਸਕਦਾ ਹਾਂ ਤਾਂ ਇਹਦਾ ਮਤਲਬ ਦੂਜਾ ਵੀ ਜੀ ਸਕਦਾ ਹੈ, ਤੀਜਾ ਚੌਥਾ ਵੀ ਜੀ ਸਕਦਾ ਹੈ। ਜੇ ਤੁਹਾਡੇ ਵਿੱਚੋਂ ਕੋਈ ਜੀ ਸਕਦਾ ਹੈ ਇਹਦਾ ਮਤਲਬ ਮੈਂ ਵੀ ਜੀ ਸਕਦਾ, ਹੋਰ ਵੀ ਜੀ ਸਕਦੇ ਨੇ, ਕਿਉਂਕਿ ਸਾਰਾ ਸਿਸਟਮ ਤੇ ਇੱਕੋ ਹੀ ਹੈ ਨਾ। ਤੇ ਜੇ ਇੱਕ ਬੰਦਾ ਜੀ ਸਕਦਾ ਹੈ, 2 4 5 ਜੀ ਸਕਦੇ ਨੇ, ਤਾਂ ਇਹਦਾ ਮਤਲਬ ਪੂਰਾ ਮੁਹੱਲਾ ਵੀ ਜੀ ਸਕਦਾ ਹੈ। ਇਹਦਾ ਮਤਲਬ ਪੂਰਾ ਸ਼ਹਿਰ ਵੀ ਜ਼ਿੰਦਗੀ ਜੀ ਸਕਦਾ ਹੈ, ਪੂਰਾ ਜ਼ਿਲ੍ਹਾ ਵੀ, ਪੂਰਾ ਸਟੇਟ ਵੀ, ਪੂਰਾ ਦੇਸ਼ ਵੀ, ਪੂਰਾ ਸੰਸਾਰ ਵੀ ਐਸੀ ਜ਼ਿੰਦਗੀ ਜੀ ਸਕਦਾ ਹੈ। ਤਾਂ ਇਹਦਾ ਮਤਲਬ ਐਸੇ ਇੱਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜਿੱਥੇ ਗਮ ਨਾ ਹੋਣ, ਜਿੱਥੇ ਚਿੰਤਾਵਾਂ ਨਾ ਹੋਣ, ਜਿੱਥੇ ਖੁਸ਼ੀਆਂ ਖੇੜੇ ਪ੍ਰਸੰਨਤਾ ਹੋਣ। ਐਸੀ ਜ਼ਿੰਦਗੀ ਦੀ ਪੋਸੀਬਿਲਿਟੀ ਹੈ, ਪਰ ਕੁਝ ਰਿਕੁਆਇਰਮੈਂਟ ਨੇ। ਜੇ ਉਹਨਾਂ ਰਿਕੁਆਇਰਮੈਂਟਸ ਨੂੰ ਬੰਦਾ ਪੂਰੀਆਂ ਕਰੇ ਤਾਂ ਉਹ ਬੰਦਾ ਐਸੀ ਦਾਤ ਪਾ ਲਵੇਗਾ। ਬੇਗਮਪੁਰਾ ਸ਼ਹਿਰ ਕੋ ਨਾਉ। ਇੱਥੇ ਬੇਗਮ ਦਾ ਮਤਲਬ ਬੇਗਮ, ਗਮ ਦਾ ਮਤਲਬ ਚਿੰਤਾ, ਬੇਗਮ ਦਾ ਮਤਲਬ ਜਿੱਥੇ ਕੋਈ ਚਿੰਤਾ ਨਹੀਂ। ਸ਼ਹਿਰ ਦਾ ਮਤਲਬ ਸ਼ਹਿਰ ਜਿੱਥੇ ਮੈਂ ਵਸਦਾ ਹਾਂ, ਕੋ ਦਾ ਮਤਲਬ ਦਾ। ਬੇਗਮਪੁਰਾ ਸ਼ਹਿਰ ਕੋ ਨਾਉ, ਤਾਂ ਜਿਸ ਆਤਮਿਕ ਰੂਪ ਸ਼ਹਿਰ ਵਿੱਚ ਮੈਂ ਵਸ ਰਿਹਾ ਹਾਂ, ਜਿਸ ਆਤਮਿਕ ਅਵਸਥਾ ਵਿੱਚ, ਉਹ ਸ਼ਹਿਰ ਦਾ ਨਾਮ ਬੇਗਮਪੁਰਾ ਹੈ। ਇੱਥੇ ਸ਼ਹਿਰ ਦਾ ਮਤਲਬ ਬਾਹਰਲਾ ਸ਼ਹਿਰ ਨਹੀਂ ਹੈ ਕੋਈ। ਇੱਥੇ ਸ਼ਹਿਰ ਦਾ ਮਤਲਬ ਉਹ ਸਟੇਜ, ਉਹ ਅਵਸਥਾ, ਉਹ ਸੋਚ, ਜਿਹੜੀ ਸੋਚ ਮੈਂ ਅਪਣਾਈ ਹੋਈ ਹੈ, ਜਿਸ ਸੋਚ ਦੇ ਅੰਦਰ ਮੈਂ ਟਿਕਿਆ ਹੋਇਆ ਹਾਂ, ਉਸ ਸੋਚ ਦਾ, ਉਸ ਆਤਮਿਕ ਅਵਸਥਾ ਦਾ ਨਾਮ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕਾੜਾ ਨਹੀਂ, ਅੰਦੇਸ਼ਾ ਨਹੀਂ, ਡਰ ਨਹੀਂ, ਸਹਿਮ ਨਹੀਂ। ਮੈਂ ਉਸ ਅਵਸਥਾ ਤੇ ਟਿਕਿਆ ਹੋਇਆ। ਹੁਣ ਇਹ ਜੋ ਬਚਨ ਨੇ ਨਾ, ਇਹ ਮੇਰੇ ਨਹੀਂ ਹਨ, ਕਿਸੇ ਆਮ ਇਨਸਾਨ ਦੇ ਨਹੀਂ ਹਨ, ਭਗਤ ਰਵਿਦਾਸ ਜੀ ਦੇ ਔਰ ਉਹਨਾਂ ਦੇ ਸੁਣੇ ਸੁਣਾਏ ਬਚਨ ਨਹੀਂ ਹਨ, ਆਪਣਾ ਤਜਰਬਾ ਹੈ। ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ, ਉਹ ਆਪਣੇ ਤਜਰਬੇ ਨੂੰ ਬਿਆਨ ਕਰ ਰਹੇ ਨੇ। ਤਾਂ ਜਿਸ ਆਤਮਿਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵਸ ਰਿਹਾ, ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਸ਼ਹਿਰ ਦਾ ਨਾਮ ਬੇਗਮਪੁਰਾ ਹੈ। ਉੱਥੇ ਕੋਈ ਗਮ ਨਹੀਂ, ਉੱਥੇ ਕੋਈ ਚਿੰਤਾ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ। ਅੰਦੋਹ ਦਾ ਮਤਲਬ ਚਿੰਤਾ, ਤੇ ਠਾਉ ਦਾ ਮਤਲਬ ਉਸ ਟਿਕਾਣੇ ਤੇ, ਉਸ ਸੋਚ ਅੰਦਰ, ਉਸ ਮੈਂਟੈਲਿਟੀ ਵਿੱਚ। ਅੰਦੋਹ ਦਾ ਮਤਲਬ ਚਿੰਤਾ। ਤਾਂ ਉਸ ਥਾਂ ਤੇ ਕੋਈ ਨਾ ਦੁੱਖ ਹੈ, ਨਾ ਚਿੰਤਾ ਹੈ, ਔਰ ਨਾ ਹੀ ਕੋਈ ਤਸਵੀਰ ਅੱਗੇ ਚੱਲ ਕੇ ਆ ਰਿਹਾ ਘਬਰਾਹਟ ਹੈ। ਉਸ ਅਵਸਥਾ ਵਿੱਚ ਨਾ ਦੁੱਖ ਹੈ ਔਰ ਨਾ ਚਿੰਤਾ ਹੈ ਜਿੱਥੇ ਮੈਂ ਟਿਕਿਆ ਹੋਇਆ ਹਾਂ। ਇਹਦਾ ਮਤਲਬ ਬੰਦੇ ਦਾ ਅੰਦਰ ਐਸੀ ਮਾਨਸਿਕ ਸਟੇਜ ਤੇ ਬੰਦਾ ਜੀ ਸਕਦਾ ਹੈ ਜਿੱਥੇ ਕੋਈ ਦੁੱਖ ਔਰ ਚਿੰਤਾ ਨਾ ਹੋਵੇ। ਦੁੱਖ ਔਰ ਚਿੰਤਾ ਸਾਡੀ ਸੋਚ ਦੀ ਉਪਜ ਨੇ। ਜੈਸੀ ਬੰਦਾ ਸੋਚ ਬਣਾ ਲੇਗਾ ਵੈਸਾ ਬੰਦਾ ਬਣ ਜਾਏਗਾ। ਜੋ ਮੈਂ ਰੋਜ਼ ਕਰੀਬ ਬੇਨਤੀ ਕਰ ਰਿਹਾ ਕਿ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਸੰਸਕਾਰ ਸਾਡੇ ਅੰਦਰ ਬਣੀ ਜਾਂਦੇ ਨੇ, ਨਿਊਰੋਨਲ ਪੈਟਰਨ ਬਣ ਜਾਂਦਾ ਹੈ ਤੇ ਵੈਸੇ ਹੀ ਅਸੀਂ ਹੋ ਜਾਂਦੇ ਹਾਂ। ਜੋ ਬੰਦਾ ਚਿੰਤਾਵਾਂ ਬਾਰੇ, ਫਿਕਰਾਂ ਬਾਰੇ, ਨੈਗੇਟਿਵ ਬੋਲਾਂ ਬਾਰੇ ਬੋਲਦਾ ਔਰ ਸੋਚਦਾ ਰਹਿੰਦਾ ਹੈ, ਉਹੋ ਜਿਹੀ ਉਹਦੀ ਮਾਨਸਿਕਤਾ ਬਣ ਜਾਂਦੀ ਹੈ ਤੇ ਫਿਰ ਉਸ ਮਾਨਸਿਕਤਾ ਦੇ ਅੰਦਰ ਹੀ ਉਹ ਜਿਉਂਦਾ ਰਹਿੰਦਾ ਹੈ। ਸਿਚੁਏਸ਼ਨ ਇੱਕ ਹੀ ਹੈ, ਇਹ ਸੰਸਾਰ ਇੱਕ ਸਿਚੁਏਸ਼ਨ ਹੈ। ਇੱਕ ਸਿਚੁਏਸ਼ਨ ਦੇ ਅੰਦਰ ਇੱਕ ਬੰਦਾ ਬੜਾ ਦੁਖੀ ਹੈ ਲੇਕਿਨ ਦੂਜਾ ਬੰਦਾ ਉਸੇ ਸਿਚੁਏਸ਼ਨ ਵਿੱਚ ਬੜਾ ਖੁਸ਼ ਹੈ। ਗਰਮੀਆਂ ਦੇ ਅੰਦਰ ਕਈ ਲੋਕ ਹੁੰਦੇ ਨੇ ਬੜੇ ਖੁਸ਼ ਨੇ ਵੀ ਯਾਰ ਗਰਮੀ ਦਾ ਮੌਸਮ ਬੜਾ ਵਧੀਆ ਹੈ, ਲੇਕਿਨ ਕਈਆਂ ਨੂੰ ਗਰਮੀ ਚੰਗੀ ਨਹੀਂ ਲੱਗਦੀ, ਉਹ ਬਿਲਕੁਲ ਪਰੇਸ਼ਾਨ ਹੁੰਦੇ ਨੇ।
ਕਈ ਲੋਕ ਸਰਦੀਆਂ ਵਿੱਚ ਬੜੇ ਖੁਸ਼ ਹੁੰਦੇ ਨੇ, ਕਈਆਂ ਨੂੰ ਸਰਦੀ ਸਿਚੁਏਸ਼ਨ ਇੱਕ ਹੀ ਹੈ ਲੇਕਿਨ ਸੋਚ ਵੱਖਰੀ ਹੈ ਨਾ। ਤਾਂ ਉਸ ਸੋਚ ਤੇ ਮੈਂ ਬੈਠਾ ਹਾਂ, ਟਿਕਿਆ ਹਾਂ, ਜਿੱਥੇ ਦੁੱਖ ਨਹੀਂ, ਜਿੱਥੇ ਚਿੰਤਾ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ। ਤਸਵੀਸ ਦਾ ਮਤਲਬ ਘਬਰਾਹਟ, ਖਿਰਾਜ ਦਾ ਮਤਲਬ ਹੈਗਾ ਟੈਕਸ ਮਸੂਲ, ਤੇ ਮਾਲ ਦਾ ਮਤਲਬ ਜਾਇਦਾਦ। ਉੱਥੇ ਦੁਨੀਆ ਵਾਲੀ ਕੋਈ ਜਾਇਦਾਦ ਨਹੀਂ ਹੈ ਜਿੱਥੇ ਮੈਨੂੰ ਟੈਕਸ ਲੱਗਣਾ ਹੈ, ਔਰ ਉੱਥੇ ਘਬਰਾਹਟ ਵੀ ਨਹੀਂ ਹੈ ਕਿ ਮੈਂ ਘਬਰਾਵਾਂ ਕਿ ਮੈਨੂੰ ਟੈਕਸ ਲੱਗ ਜਾਣਾ। ਉੱਥੇ ਕੋਈ ਐਸੀ ਦੁਨੀਆ ਵਾਲੀ ਪ੍ਰਾਪਰਟੀ ਨਹੀਂ ਜਿਹਦੇ ਤੇ ਟੈਕਸ ਲੱਗਣਾ ਹੈ। ਤੇ ਇਹ ਪ੍ਰਾਪਰਟੀ ਜਿਹੜੀ ਨਾ ਜ਼ਮੀਨ ਜਾਇਦਾਦ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਪ੍ਰਾਪਰਟੀ ਤੇ ਟੈਕਸ ਲੱਗਦਾ ਹੈ ਨਾ। ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਟੈਕਸ ਨਹੀਂ ਹੈ, ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਟੈਕਸ ਹੈ। ਤੇ ਟੈਕਸ ਕਾਹਦਾ ਹੈ? ਦੁੱਖਾਂ ਦਾ ਔਰ ਪਰੇਸ਼ਾਨੀਆਂ ਦਾ। ਤੇ ਜਿਹੜੀਆਂ ਚੀਜ਼ਾਂ ਕਰਕੇ ਦੁੱਖ ਔਰ ਪਰੇਸ਼ਾਨੀਆਂ ਹੁੰਦੀਆਂ ਨੇ, ਉਹ ਪ੍ਰਾਪਰਟੀ ਕਿਹੜੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਨੇ, ਉਹਨਾਂ ਨੂੰ ਟੈਕਸ ਲੱਗਦਾ ਹੈ ਦੁੱਖਾਂ ਦਾ, ਪਰੇਸ਼ਾਨੀਆਂ ਦਾ। ਉਹਨਾਂ ਦੇ ਜੀਵਨ ਦੇ ਅੰਦਰ ਫਿਰ ਘਬਰਾਹਟ ਪੈਦਾ ਹੁੰਦੀ ਹੈ। ਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਜਿਸ ਸਟੇਜ ਤੇ ਮੈਂ ਜੀ ਰਿਹਾ, ਜਿਸ ਮਾਨਸਿਕਤਾ ਵਿੱਚ ਜਿੱਥੇ ਮੈਂ ਟਿਕਿਆ ਹਾਂ, ਉੱਥੇ ਕੋਈ ਇਹੋ ਜਿਹਾ ਕਰਮ ਹੈ ਹੀ ਨਹੀਂ ਜਿਹਦੇ ਤੇ ਟੈਕਸ ਲੱਗੇ, ਜਿਹਦਾ ਰਿਜ਼ਲਟ ਦੁੱਖ ਔਰ ਚਿੰਤਾਵਾਂ ਦੇ ਵਿੱਚ ਨਿਕਲੇ। ਉੱਥੇ ਕੋਈ ਘਬਰਾਹਟ ਨਹੀਂ ਹੈ। ਕੋਈ ਐਸੀ ਪ੍ਰਾਪਰਟੀ ਮੈਂ ਨਹੀਂ ਇਕੱਠੀ ਕੀਤੀ ਜਿਹਦੇ ਉੱਤੇ ਟੈਕਸ ਲੱਗੇ। ਚੋਰੀਆਂ, ਬੇਈਮਾਨੀਆਂ, ਠੱਗੀਆਂ, ਨੈਗੇਟਿਵ ਸੋਚ ਹੈ ਹੀ ਨਹੀਂ ਹੈ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਖਤਾ ਦਾ ਮਤਲਬ ਦੋਸ਼, ਗਲਤੀ। ਇਹਨੂੰ ਖਤਾ ਨਹੀਂ ਪੜਨਾ, ਖਤਾ। ਤਰਸ ਦਾ ਮਤਲਬ ਡਰ, ਤੇ ਜਵਾਲ ਦਾ ਮਤਲਬ ਹੈ ਜ਼ਵਾਲ। ਜੱਜੇ ਦੇ ਪੈਰ ਥੱਲੇ ਬਿੰਦੀ ਲਾ ਕੇ ਪੜਨੀ ਹੈ, ਜ਼ਵਾਲ। ਜ਼ਵਾਲ ਦਾ ਮਤਲਬ ਘਾਟਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਇਸ ਅਵਸਥਾ ਵਿੱਚ ਕੋਈ ਖਤਰਾ ਨਹੀਂ ਹੈ ਕਿ ਮੇਰੇ ਤੋਂ ਕੋਈ ਪਾਪ ਹੋ ਜਾਏਗਾ, ਖਤਰਾ ਨਹੀਂ ਹੈ, ਕਿਉਂਕਿ ਸਟੇਜ ਹੀ ਇੰਨੀ ਉੱਚੀ ਹੋ ਗਈ ਹੈ। ਖੌਫ ਨਾ ਖਤਾ, ਕਿਸੇ ਪਾਪ ਦਾ ਖਤਰਾ ਨਹੀਂ ਹੈ। ਤਰਸ, ਇੱਥੇ ਮੈਨੂੰ ਕੋਈ ਡਰ ਨਹੀਂ ਹੈ। ਤੇ ਜ਼ਵਾਲ ਦਾ ਮਤਲਬ ਗਿਰਾਵਟ, ਘਾਟਾ। ਇੱਥੇ ਕੋਈ ਗਿਰਾਵਟ ਵੀ ਨਹੀਂ ਹੈ। ਹੁਣ ਉਮੀਦ ਨਹੀਂ ਕਿ ਮੈਂ ਆਚਰਨ ਤੋਂ ਗਿਰ ਜਾਵਾਂਗਾ, ਆਚਰਨ ਤੋਂ ਗਿਰ ਜਾਵਾਂਗਾ। ਇੱਥੇ ਕੋਈ ਪਾਪ ਕਰਮ ਕਰਨ ਦਾ ਡਰ ਨਹੀਂ ਹੈ ਕਿ ਮੇਰੇ ਤੋਂ ਕੋਈ ਪਾਪ ਹੋਏਗਾ, ਡਰ ਹੀ ਨਹੀਂ, ਕਿਉਂਕਿ ਸੋਚ ਇੰਨੀ ਉੱਚੀ ਹੋ ਗਈ ਹੈ। ਹੁਣ ਭਗਤ ਰਵਿਦਾਸ ਜੀ ਕੋਈ ਪਾਪ ਕਰ ਸਕਦੇ ਨੇ? ਮਤਲਬ ਹੀ ਨਹੀਂ ਹੈ। ਕਿ ਇਹੋ ਜਿਹੇ ਜਿਹੜੇ ਭਗਤ ਸਹਿਬਾਨ ਨੇ, ਬਾਣੀਕਾਰ ਨੇ, ਕਿ ਉਹਨਾਂ ਦੇ ਅੰਦਰ ਆਚਰਨ ਤੋਂ ਜਾਂ ਕਿਸੇ ਕਿਸਮ ਦੀ ਗਿਰਾਵਟ ਦੀ ਉਮੀਦ ਕੀਤੀ ਜਾ ਸਕਦੀ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗੇ, ਕਿ ਉਹਨਾਂ ਦੇ ਅੰਦਰ ਕੋਈ ਗਿਰਾਵਟ ਦੀ ਉਮੀਦ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਇਸ ਸਟੇਜ ਤੇ ਜਾ ਟਿਕਦਾ ਹੈ ਨਾ, ਗੁਰੂ ਦੀ ਰਹਿਮਤ ਨਾਲ ਬਾਣੀ ਅਨੁਸਾਰ ਜ਼ਿੰਦਗੀ ਜੀ ਕੇ, ਰੱਬੀ ਰਜ਼ਾ ਵਿੱਚ ਤੁਰ ਕੇ, ਸ਼ੁਭ ਗੁਣਾਂ ਨੂੰ ਇੰਪਲੀਮੈਂਟ ਕਰਕੇ, ਉਹਦੇ ਅੰਦਰ ਫਿਰ ਕਿਸੇ ਪਾਪ ਕਰਮ ਦਾ ਖਤਰਾ ਨਹੀਂ ਰਹਿ ਜਾਂਦਾ ਕਿ ਉਹ ਬੰਦਾ ਪਾਪ ਕਰੇਗਾ। ਉਹਦੇ ਅੰਦਰ ਡਰ ਨਹੀਂ ਹੈ, ਉਹਦੇ ਅੰਦਰ ਗਿਰਾਵਟ ਨਹੀਂ ਹੈ। ਉਹ ਐਨ ਆਨੰਦਮਈ ਅਵਸਥਾ ਦੇ ਅੰਦਰ ਜੀ ਰਿਹਾ ਹੈ। ਅਬ ਮੋਹਿ ਖੂਬ ਵਤਨ ਗਹਿ ਪਾਈ। ਮੋਹਿ ਦਾ ਮਤਲਬ ਮੈਂ, ਵਤਨ ਗਹਿ ਦਾ ਮਤਲਬ ਵਤਨ ਗਾਹ, ਮਤਲਬ ਰਹਿਣ ਦੀ ਥਾਂ। ਵਤਨ ਗਾਹ ਦਾ ਮਤਲਬ ਥਾਂ। ਖੂਬ ਦਾ ਮਤਲਬ ਬਹੁਤ ਸੁੰਦਰ, ਚੰਗਾ ਨਿਵਾਸ। ਖੂਬ ਵਤਨ ਗਹਿ, ਖੂਬ ਦਾ ਮਤਲਬ ਬੜਾ ਸੋਹਣਾ। ਹੇ ਮੇਰੇ ਵੀਰ, ਹੁਣ ਮੈਂ ਵਸਣ ਵਾਸਤੇ ਬੜੀ ਸੋਹਣੀ ਥਾਂ ਲੱਭ ਲਈ ਹੈ। ਖੂਬ ਵਤਨ ਗਹਿ ਮਤਲਬ ਵਸਣ ਦੀ ਬੜੀ ਸੋਹਣੀ ਥਾਂ। ਔਰ ਇਹ ਬਾਹਰ ਨਹੀਂ ਹੈ, ਕਿਉਂਕਿ ਸਾਡਾ ਮਨ ਵਸ ਰਿਹਾ ਹੈ। ਚਾਹੇ ਅਸੀਂ ਆਪਣੇ ਮਨ ਨੂੰ ਚਿੰਤਾਵਾਂ, ਫਿਕਰਾਂ ਵਿੱਚ ਵਸਾ ਲਈਏ, ਚਾਹੇ ਅਸੀਂ ਆਪਣੀ ਸੋਚ ਨੂੰ ਖੁਸ਼ੀਆਂ ਔਰ ਪ੍ਰਸੰਨਤਾ ਵਿੱਚ ਟਿਕਾ ਲਈਏ, ਚਾਹੇ ਅਸੀਂ ਆਪਣੀ ਸੋਚ ਨੂੰ ਕਾਮ, ਕ੍ਰੋਧ, ਲੋਭ, ਮੋਹ ਦੇ ਅੰਦਰ ਵਸਾ ਦਈਏ, ਚਾਹੇ ਅਸੀਂ ਆਪਣੀ ਸੋਚ ਨੂੰ ਸਤ, ਸੰਤੋਖ, ਦਇਆ, ਧਰਮ ਦੇ ਅੰਦਰ ਵਸਾ ਦਈਏ, ਸਾਡੇ ਤੇ ਡਿਪੈਂਡ ਕਰਦਾ ਹੈ। ਪਰ ਆਮ ਜਦੋਂ ਬੰਦਾ ਕਹਿੰਦਾ ਹੈ ਨਾ ਕਿ ਇਹ ਕੰਮ ਤੇ ਹੋ ਨਹੀਂ ਸਕਦਾ, ਇਹ ਤੇ ਬੜਾ ਔਖਾ ਹੈ, ਹੋ ਨਹੀਂ ਸਕਦਾ, ਆਮ ਅਸੀਂ ਕਹਿੰਦੇ ਆ ਨਾ, ਤਾਂ ਜਦੋਂ ਬੰਦਾ ਇਹ ਕੰਮ ਕਹਿੰਦਾ ਨਾ ਕਿ ਇਹ ਕੰਮ ਨਹੀਂ ਹੋ ਸਕਦਾ, ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਨਹੀਂ ਹੋ ਸਕਦਾ। ਉਹ ਦੋ ਗੱਲਾਂ ਕਹਿ ਰਿਹਾ ਹੁੰਦਾ ਹੈ। ਉਸ ਗੱਲ ਦੇ ਦੋ ਮੀਨਿੰਗ ਹੁੰਦੇ ਨੇ, ਕਿ ਪਹਿਲੀ ਗੱਲ ਕਿ ਮੈਨੂੰ ਇਹ ਕੰਮ ਕਰਨਾ ਨਹੀਂ ਆਉਂਦਾ, ਤੇ ਦੂਜੀ ਗੱਲ ਮੈਂ ਕੰਮ ਕਰਨਾ ਨਹੀਂ ਚਾਹੁੰਦਾ।
ਜਦੋਂ ਅਸੀਂ ਕਹਿੰਦੇ ਨੇ ਕਿ ਕੰਮ ਨਹੀਂ ਹੋ ਸਕਦਾ, ਉਹਦੇ ਦੋ ਮੀਨਿੰਗ ਹੁੰਦੇ ਨੇ ਕਿ ਪਹਿਲੀ ਗੱਲ ਕਿ ਮੈਨੂੰ ਇਹ ਕੰਮ ਕਰਨਾ ਨਹੀਂ ਆਉਂਦਾ, ਦੂਜਾ ਮੀਨਿੰਗ ਹੁੰਦਾ ਹੈ ਕਿ ਮੈਂ ਕੰਮ ਕਰਨਾ ਹੀ ਨਹੀਂ ਚਾਹਤਾ। ਹੋ ਸਕਦਾ ਹੈ ਪਰ ਅਸੀਂ ਚਾਹੁੰਦੇ ਨਹੀਂ, ਸਾਨੂੰ ਜੀਣਾ ਨਹੀਂ ਆਉਂਦਾ, ਇਹ ਗੱਲ ਵੱਖਰੀ ਹੈ। ਅਸੀਂ ਨਹੀਂ ਕਰਨਾ ਚਾਹੁੰਦੇ, ਇਹ ਗੱਲ ਵੱਖਰੀ ਹੈ। ਪਰ ਹੋ ਸਕਦਾ ਹੈ ਕਿਉਂਕਿ ਭਗਤ ਰਵਿਦਾਸ ਜੀ ਜੀ ਰਹੇ ਨੇ, 35 ਮਹਾਂਪੁਰਖ ਜੀ ਰਹੇ ਨੇ, ਇਤਿਹਾਸ ਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਨੇ ਉਹਨਾਂ ਨੇ ਐਸੀ ਜ਼ਿੰਦਗੀ ਜੀਵੀ ਹੈ। ਅੱਜ ਵੀ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਮਿਲ ਜਾਣਗੇ। ਤਾਂ ਅਬ ਮੋਹਿ ਖੂਬ ਵਤਨ ਗਹਿ ਪਾਈ, ਕਿ हे ਮੇਰੇ ਭਰਾ, ਹੁਣ ਮੈਂ ਬਹੁਤ ਚੰਗੀ ਨਿਵਾਸ ਦੀ ਸਥਾਨ ਲੱਭ ਲਿਆ ਹੈ, ਨਿਵਾਸ ਸਥਾਨ ਜਿੱਥੇ ਮੇਰੀ ਮਾਨਸਿਕਤਾ, ਜਿੱਥੇ ਮੇਰੀ ਸੋਚ ਟਿਕੀ ਹੋਈ ਹੈ। ਉਹਾਂ ਖੈਰ ਸਦਾ ਮੇਰੇ ਪਾਈ। ਖੈਰ ਦਾ ਮਤਲਬ ਖੈਰੀਅਤ, ਖੁਸ਼ੀ, ਕਿ हे ਮੇਰੇ ਭਰਾ, ਉੱਥੇ ਹਮੇਸ਼ਾ ਹੀ ਖੈਰੀਅਤ ਹੈ, ਖੁਸ਼ੀ ਹੈ, ਚੜ੍ਹਦੀ ਕਲਾ ਹੈ। ਐਸੀ ਸੋਚ ਕਿ ਜਿੱਥੇ ਹੈ ਹੀ ਖੈਰੀਅਤ, ਜਿੱਥੇ ਹੈ ਹੀ ਚੜ੍ਹਦੀ ਕਲਾ, ਜਿੱਥੇ ਹੈ ਹੀ ਹੈ ਖੁਸ਼ੀਆਂ ਨੇ, ਮੈਂ ਉਸ ਸੋਚ ਦੇ ਉੱਤੇ ਟਿਕਿਆ ਹੋਇਆ ਹਾਂ, ਮੈਂ ਐਸੇ ਸਟੇਜ ਦੇ ਉੱਤੇ ਹਾਂ। ਔਰ ਹਕੀਕਤ ਹੈ, ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਨਾ, ਤਾਂ ਸਿੱਖ ਜੰਗਲਾਂ ਦੇ ਵਿੱਚ ਵਿਚਰ ਰਹੇ ਨੇ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਨੇ, ਕੱਪੜੇ ਫਟੇ ਨੇ, ਕਿਰਪਾਨਾਂ ਨੇ, ਗਾਤਰੇ ਟੁੱਟੇ ਹੋਏ ਨੇ, ਲੇਕਿਨ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਹੈ, ਉਹਨਾਂ ਦੀ ਸਟੇਜ ਸੋਚ ਬੜੀ ਉੱਚੀ ਹੈ। ਬੇਸ਼ੱਕ ਖਾਣ ਲਈ ਛੋਲੇ ਮਿਲ ਰਹੇ ਹੋਣ, ਪਰ ਉਹ ਛੋਲੇ ਨਹੀਂ, ਉਹ ਬਦਾਮ ਕਹਿ ਰਹੇ ਨੇ। ਜੇਕਰ ਕੋਈ ਸਿੱਖ ਸ਼ਰੀਰ ਕਰਕੇ ਮਰ ਗਿਆ ਨਾ, ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਸਿੱਖ ਮਰ ਗਿਆ, ਕਿਉਂਕਿ ਨੈਗੇਟਿਵ ਬੋਲ ਹੈ। ਉਹਨਾਂ ਨੇ ਕਿਹਾ ਸਿੰਘ ਚੜਾਈ ਕਰ ਗਿਆ, ਮਤਲਬ ਫਤਿਹ ਪਾ ਗਿਆ। ਦੇਖੋ, ਬੋਲ ਪੋਜ਼ਿਟਿਵ ਸੋਚ ਹੈ ਨਾ। ਉਹਨਾਂ ਕਦੇ ਨਹੀਂ ਕਿਹਾ ਵੀ ਕਿੱਧਰ ਜਾ ਰਹੇ ਆ ਜਾਂ ਕਿੱਧਰ ਚੱਲੇ ਆ। ਸਿੰਘ ਹਮੇਸ਼ਾ ਇਹ ਕਹਿੰਦੇ ਰਹੇ ਫੌਜਾਂ ਕਿੱਧਰ ਜਾ ਰਹੀਆਂ ਨੇ, ਆਪਣੇ ਆਪ ਨੂੰ ਕੱਲਾ ਸਮਝ ਰਹੇ ਨਹੀਂ। 1.25 ਲੱਖ ਖਾਲਸਾ ਕੱਲਾ ਨਹੀਂ ਸਮਝ ਰਿਹਾ ਆਪਣੇ ਆਪ ਨੂੰ। ਬੋਲ ਨੇ, ਜੈਸੇ ਬੋਲ ਬੰਦਾ ਬੋਲਦਾ ਨਾ, ਵੈਸੀ ਸੋਚ ਬਣ ਜਾਂਦੀ ਹੈ। ਤਾਂ ਉਹਾਂ ਖੈਰ ਸਦਾ ਮੇਰੇ ਭਾਈ, ਕਿ हे ਮੇਰੇ ਭਰਾ, ਮੈਂ ਐਸੀ ਸਟੇਜ ਤੇ ਟਿਕਿਆ ਜਿੱਥੇ ਸਦਾ ਖੈਰੀਅਤ ਹੈ, ਜਿੱਥੇ ਸਦਾ ਚੜ੍ਹਦੀ ਕਲਾ ਹੈ, ਜਿੱਥੇ ਦੁੱਖਾਂ ਦਾ, ਪਾਪਾਂ ਦਾ, ਗਿਰਾਵਟ ਦਾ ਨਾਮੋ ਨਿਸ਼ਾਨ ਤੱਕ ਨਹੀਂ। ਕਾਸ਼ ਸਾਡੀ ਜ਼ਿੰਦਗੀ ਦੇ ਅੰਦਰ ਐਸੀ ਸ਼ਬਦਾਵਲੀ ਆ ਜਾਏ, ਅਸੀਂ ਐਸਾ ਬੋਲਣਾ ਸਿੱਖ ਜਾਈਏ। ਕਾਇਮ ਦਾਇਮ ਸਦਾ ਪਾਤਸ਼ਾਹੀ। ਕਾਇਮ ਦਾ ਮਤਲਬ ਥਿਰ ਰਹਿਣ ਵਾਲੀ, ਦਾਇਮ ਦਾ ਮਤਲਬ ਸਦਾ, ਦਾਇਮ ਦਾ ਮਤਲਬ ਸदैव, ਕਾਇਮ ਦਾਇਮ ਦਾ ਮਤਲਬ ਕਿ ਉਹ ਆਤਮਿਕ ਅਵਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਟਿਕੀ ਰਹਿਣ ਵਾਲੀ ਹੈ। ਇਹ ਨਹੀਂ ਕਿ ਅੱਜ ਇਲੈਕਸ਼ਨ ਹੋਇਆ ਤੇ ਅੱਜ ਐਮਐਲਏ ਬਣੇ ਤੇ ਅਗਲੇ ਇਲੈਕਸ਼ਨ ਵਿੱਚ ਕੋਈ ਹਰਾ ਦੇਗਾ। ਇਸ ਵਾਰੀ ਸਰਪੰਚ ਬਣ ਗਏ, ਦੂਜੀ ਵਾਰੀ ਹਾਰ ਗਏ, ਨੌਕਰੀ ਮਿਲ ਗਈ ਤੇ ਡਿਸਮਿਸ ਹੋ ਗਏ, ਜਾਂ ਐਤਕੀ ਗੋਲਡ ਮੈਡਲ ਜਿੱਤ ਲਿਆ ਤੇ ਅਗਲੀ ਵਾਰ ਕੋਈ ਹੋਰ ਜਿੱਤ ਕੇ ਲੈ ਗਿਆ। ਐਵੇਂ ਨਹੀਂ ਹੈ, ਉਹ ਪਾਤਸ਼ਾਹੀ ਸਦਾ ਕਾਇਮ ਹੈ। ਜੇ ਉਸ ਪਾਤਸ਼ਾਹੀ ਤੇ ਤੁਸੀਂ ਪਹੁੰਚ ਗਏ, ਉਹਦੇ ਵਿੱਚ ਫਿਰ ਗਿਰਾਵਟ ਨਹੀਂ ਹੈ, ਫਿਰ ਉਹ ਸदैवी ਬਾਦਸ਼ਾਹੀ ਹੈ, ਸदैवी ਬਾਦਸ਼ਾਹੀ ਵਾਲੀ ਜ਼ਿੰਦਗੀ ਜੀਵੋਗੇ। ਉਹ ਇੱਕ ਐਸੀ ਆਤਮਿਕ ਅਵਸਥਾ ਹੈ ਜੋ ਸਦਾ ਕਾਇਮ ਰਹਿਣ ਵਾਲੀ ਪਾਤਸ਼ਾਹੀ ਹੈ। ਉਸ ਅਵਸਥਾ ਨੂੰ ਕਦੇ ਉਹਦੇ ਵਿੱਚ ਗਿਰਾਵਟ ਦਾ ਸਵਾਲ ਨਹੀਂ ਪੈਦਾ ਹੁੰਦਾ। ਉਹ ਅਵਸਥਾ ਤਤੀਆਂ ਤਵੀਆਂ ਤੇ ਵੀ ਉਹੀ ਹੈ। ਉਹ ਅਵਸਥਾ ਦੇਗ ਵਿੱਚ ਉਬਲਦਿਆਂ ਔਰ ਆਰਿਆਂ ਦੇ ਨਾਲ ਚਿਰਦਿਆਂ ਵੀ ਉਹ ਅਵਸਥਾ ਹੈ। ਬੱਚਿਆਂ ਦੇ ਟੁਕੜੇ ਟੁਕੜਿਆਂ ਦੇ ਹਾਰ ਗਲਿਆਂ ਵਿੱਚ ਪਵਾ ਕੇ ਵੀ ਉਹ ਅਵਸਥਾ ਹੈ। ਆਪਣੇ ਪੁੱਤਰ ਦਾ ਕਲੇਜਾ ਮੂੰਹ ਚ ਪਵਾ ਕੇ ਵੀ ਉਹ ਸਟੇਜ ਉਹੀ ਹੈ। ਨੀਹਾਂ ਦੇ ਵਿੱਚ ਚਿਣਵਾਉਂਦਿਆਂ ਹੋਇਆਂ ਆਪਣੇ ਆਪ ਨੂੰ ਸਟੇਜ ਉਹੀ, ਉਹ ਪਾਤਸ਼ਾਹੀ ਕਦੇ ਖਤਮ ਨਹੀਂ ਹੋਈ, ਉਹਦੇ ਵਿੱਚ ਕੋਈ ਗਿਰਾਵਟ ਨਹੀਂ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਦੋਮ ਸੇਮ, ਦੋਮ ਸੇਮ ਦਾ ਮਤਲਬ ਹੈਗਾ ਦਰਜਾ, ਦੂਜਾ ਤੀਜਾ ਦਰਜਾ, ਕਿ ਇਹ ਪਹਿਲੇ ਨੰਬਰ ਤੇ ਹੈ, ਦੂਜੇ ਨੰਬਰ ਤੇ, ਤੀਜੇ ਨੰਬਰ ਤੇ, ਫਰਸਟ ਸੈਕਿੰਡ। 100 ਦਾ ਮਤਲਬ ਇੱਕੋ ਜਿਹਾ, ਆਹੀ ਦਾ ਮਤਲਬ ਹੈ ਨੇ। ਇਹ ਸਟੇਜ ਸੋਚ ਇੱਕ ਐਸੀ ਸੋਚ ਹੈ ਜਿੱਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਹੈ, ਕਿ ਇਹ ਬੰਦਾ ਪਹਿਲੇ ਨੰਬਰ ਤੇ ਹੁੰਦਾ ਹੈ, ਦੂਜੇ ਤੇ, ਤੀਜੇ ਤੇ, ਸਾਰੇ ਇੱਕੋ ਜਿਹੇ ਨੇ, ਕੋਈ ਉੱਚਾ ਨੀਵਾਂ ਨਹੀਂ ਦਿਸਦਾ। ਉਸ ਸਟੇਜ ਤੇ ਭਗਤ ਕਬੀਰ ਜੀ ਕਹਿੰਦੇ ਨੇ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਸੇ ਸਟੇਜ ਤੇ ਗੁਰੂ ਜੀ ਕਹਿ ਰਹੇ ਨੇ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਸ ਸਟੇਜ ਤੇ ਗੁਰੂ ਜੀ ਕਹਿ ਰਹੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ
दूर परायो मन का बिरहा तो मेल कियो मेरे राजन। इस स्टेज ते गुरु जी सुखमनी साहब विच कह रहे ने, पेखै सगल सृष्ट साजना, ना को मेरा दुश्मन रहया, ना हम किसके बैराई, ब्रह्म पसार पसार्यो भीतर, सतगुर ते सोझी पाई। सबको मीत हम आपन कीना, हम सबना के साजन, दूर परायो मन का बिरहा तो मेल कियो मेरे राजन। मंदा किसनू आखिए ਜਾਂ ਤਿਸ ਬਿਨ ਕੋਈ ਨਾ ਹੈ। ਉਹ ਐਸ ਸਟੇਜ ਦੀਆਂ ਗੱਲਾਂ ਨੇ, ਐਸ ਸੋਚ ਦੀਆਂ ਗੱਲਾਂ ਨੇ, ਉੱਥੇ ਫਿਰ ਕੋਈ ਉੱਚਾ ਨੀਵਾਂ ਨਹੀਂ ਰਹਿ ਜਾਂਦਾ। ਜਿਹੜਾ ਇਸ ਸੋਚ ਤੇ ਪਹੁੰਚਦਾ ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹਨ, ਉਹਦੇ ਵਾਸਤੇ ਕੋਈ ਦੂਜਾ ਤੀਜਾ ਨਹੀਂ ਹੈ। ਉਹ ਫਿਰ ਭਾਈ ਕਨਈਏ ਦੀ ਤਰ੍ਹਾਂ ਸਭ ਨੂੰ ਬਰਾਬਰ ਪਾਣੀ ਪਿਲਾਉਂਦਾ ਹੈ, ਸਭ ਨੂੰ ਬਰਾਬਰ ਮਰਮ ਲਗਾਉਂਦਾ ਹੈ। ਆਬਾਦਾਨ ਸਦਾ ਮਸ਼ਹੂਰ। ਆਬਾਦਾਨ ਦਾ ਮਤਲਬ ਇੱਥੇ ਹੈਗਾ ਆਬਾਦ, ਵਸਦਾ ਹੋਇਆ। ਅਸੀਂ ਕਹਿੰਦੇ ਨਾ ਫਲਾਣਾ ਪਿੰਡ ਉੱਜੜ ਗਿਆ, ਫਲਾਂ ਬੰਦੇ ਦਾ ਤੇ ਘਰ ਹੀ ਉੱਜੜ ਗਿਆ ਵਿਚਾਰੇ ਦਾ। ਆਬਾਦਾਨ ਦਾ ਮਤਲਬ ਆਬਾਦ। ਇਹ ਸ਼ਹਿਰ ਇੱਕ ਐਸਾ ਸ਼ਹਿਰ ਵਸਿਆ ਹੋਇਆ ਹੈ ਜਿਹੜਾ ਸਦਾ ਆਬਾਦ ਹੈ, ਇਹਨੇ ਕਦੇ ਉੱਜੜਨਾ ਨਹੀਂ, ਇੱਥੇ ਕਦੇ ਉਜਾੜਾ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ। ਮਸ਼ਹੂਰ ਦਾ ਮਤਲਬ ਉੱਗਾ। ਜਿਹੜਾ ਇਸ ਸੋਚ ਦੇ ਉੱਤੇ ਵਸੇਗਾ ਨਾ, ਇਸ ਸੋਚ ਅੰਦਰ, ਇੱਕ ਤਾਂ ਉਹ ਹਮੇਸ਼ਾ ਵਸਦਾ ਹੈ, ਉਜੜਿਆ ਹੋਇਆ ਨਹੀਂ ਹੈ, ਉਹ ਸੁੰਨੇ ਘਰ ਦੀ ਤਰ੍ਹਾਂ ਨਹੀਂ ਹੈ। ਉੱਥੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਮੌਜੂਦ ਨੇ, ਸਦਾ ਵਸਦਾ ਹੈ ਉਹ। ਔਰ ਮਸ਼ਹੂਰ ਦਾ ਮਤਲਬ ਉੱਗਾ ਹੈ, ਉਹ ਮਹਾਨ ਹੈ ਹਮੇਸ਼ਾ। ਐਸਾ ਇਨਸਾਨ ਦੁਨੀਆ ਦੇ ਹਰ ਸਮੇਂ ਹੀ ਮਹਾਨ ਹੁੰਦਾ ਹੈ। ਐਸੇ ਲੋਕਾਂ ਨੂੰ ਹੀ ਮਾਨ, ਆਦਰ ਔਰ ਸਤਿਕਾਰ ਮਿਲਦਾ ਹੈ। ਇਹ ਉਹ ਸਟੇਜ ਹੈ ਜਿੱਥੇ ਸਦਾ ਵਸੇਬਾ ਹੈ, ਜਿੱਥੇ ਸਦਾ ਮਹਾਨਤਾ ਹੈ। ਉਹਾਂ ਗਨੀ ਬਸਹਿ ਮਾਮੂਰ। ਇੱਥੇ ਗਨੀ ਦਾ ਮਤਲਬ ਹੈ ਧਨੀ, ਧਨਾੜ। ਮਾਮੂਰ ਦਾ ਮਤਲਬ ਰੱਜੇ ਹੋਏ, ਸੰਤੋਸ਼ੀ ਬੰਦੇ। ਬਸੇ ਦਾ ਮਤਲਬ ਵਸਦੇ ਨੇ। ਉੱਥੇ ਧਨੀ ਤੇ ਰੱਜੇ ਹੋਏ ਬੰਦੇ ਵਸਦੇ ਨੇ। ਯਾਨੀ ਜਿਹੜੇ ਇਸ ਸਟੇਜ ਤੇ ਜਿਉਂਦੇ ਨੇ ਨਾ, ਉਹ ਅਸਲੀ ਧਨਵਾਨ ਨੇ, ਉਹ ਧਨਵੰਤ ਨੇ, ਕੁਲਵੰਤ ਨੇ, ਪਤਵੰਤ ਨੇ। ਤੇ ਕੌਣ ਹੈ ਧਨਵੰਤ, ਕੁਲਵੰਤ, ਪਤਵੰਤ? ਜਿਹਦੇ ਹਿਰਦੇ ਦੇ ਅੰਦਰ ਭਗਵੰਤ ਵਸਦਾ ਹੈ। ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਉਹੀ ਹੈ ਨਾ, ਜਿਹੜਾ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜੋ ਕਿਸੇ ਦੇ ਬੱਚਿਆਂ ਦੀ ਰਾਖੀ ਵਾਸਤੇ ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾ ਦੇ, ਉਸ ਤੋਂ ਅਮੀਰ ਕੌਣ ਹੋਵੇਗਾ? ਜੋ ਕਿਸੇ ਦੇ ਬੱਚੇ ਸੁਖੀ ਔਰ ਸ਼ਾਂਤ ਰਹਿ ਸਕਣ, ਮਾਣ ਦੇ ਨਾਲ ਜੀ ਸਕਣ, ਤੇ ਇਸ ਵਾਸਤੇ ਉਹ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਗਲਿਆਂ ਦੇ ਅੰਦਰ ਹਾਰ ਪਵਾ ਲੇ, ਉਸ ਤੋਂ ਅਮੀਰ ਕੌਣ ਹੋਏਗਾ? ਤਾਂ ਉਹਾਂ ਗਨੀ ਇਸ ਸਟੇਜ ਤੇ ਉਹ ਲੋਕ ਪਹੁੰਚਦੇ ਨੇ, ਉਹ ਧਨਵਾਨ ਨੇ, ਉਹਨਾਂ ਤੋਂ ਅਮੀਰ ਕੋਈ ਨਹੀਂ ਹੈ। ਮਾਮੂਰ ਦਾ ਮਤਲਬ ਰੱਜੇ ਹੋਏ, ਉਹਨਾਂ ਦੇ ਅੰਦਰ ਸੰਤੋਖ ਹੈ, ਉਹਨਾਂ ਦੇ ਅੰਦਰ ਦੁਨੀਆ ਦੇ ਵਿਸ਼ੇ ਵਿਕਾਰਾਂ ਦੀ ਕੋਈ ਭੁੱਖ ਨਹੀਂ ਹੁੰਦੀ। ਜਿੱਥੇ ਦੁਨੀਆ ਦੇ ਵਿਸ਼ੇ ਵਿਕਾਰਾਂ ਦੀ ਖਿੱਚ ਹੈ, ਜਿੱਥੇ ਵਿਸ਼ੇ ਵਿਕਾਰਾਂ ਦੀ ਭੁੱਖ ਹੈ, ਉੱਥੇ ਕਦੇ ਖੁਸ਼ੀ ਨਹੀਂ ਹੈ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਉਸ ਸ਼ਹਿਰ ਦਾ ਵਾਸੀ ਹਾਂ, ਮੈਂ ਉਸ ਅਵਸਥਾ ਤੇ ਟਿਕਿਆ ਜਿੱਥੇ ਅਮੀਰ ਲੋਕ ਵਸਦੇ ਨੇ, ਜਿੱਥੇ ਰੱਜੇ ਹੋਏ ਲੋਕ ਵਸਦੇ ਨੇ, ਯਾਨੀ ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਨੇ, ਜਿਨ੍ਹਾਂ ਦੇ ਅੰਦਰ ਵਿਕਾਰ ਆਦਿਕ ਨਹੀਂ ਹਨ। ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ। ਸੈਲ ਕਰੇ ਦਾ ਮਤਲਬ ਸੈਰ ਕਰਦੇ ਨੇ, ਜ਼ਿੰਦਗੀ ਜੀਂਦੇ ਨੇ। ਜਿਉਂ ਭਾਵੈ ਦਾ ਮਤਲਬ ਜਿਵੇਂ ਰੱਬ ਨੂੰ ਪਾਉਂਦਾ ਹੈ। ਇਸ ਅਵਸਥਾ ਤੇ ਪਹੁੰਚੇ ਹੋਏ ਲੋਕ ਉਵੇਂ ਜ਼ਿੰਦਗੀ ਜੀਂਦੇ ਨੇ ਜਿਵੇਂ ਰੱਬ ਨੂੰ ਪਾਉਂਦਾ ਹੈ, ਰੱਬ ਦੀ ਰਜ਼ਾ ਵਿੱਚ, ਰੱਬ ਦੇ ਭਾਣੇ ਤੋਂ ਉਲਟ ਨਹੀਂ। ਕਿਉਂਕਿ ਰੱਬ ਦੇ ਭਾਣੇ ਤੋਂ ਉਲਟ ਜਾ ਕੇ ਇਸ ਅਵਸਥਾ ਤੇ ਪਹੁੰਚੇ ਹੀ ਨਹੀਂ ਜਾ ਸਕਦਾ। ਰਜ਼ਾ ਤੋਂ ਉਲਟ ਜਾ ਕੇ ਐਸੀ ਸੋਚ ਬਣ ਹੀ ਨਹੀਂ ਸਕਦੀ। ਰਜ਼ਾ ਤੋਂ ਉਲਟ ਜਾ ਕੇ, ਸਿਸਟਮ ਤੋਂ ਉਲਟ ਕਰਕੇ ਕਦੇ ਸੁੱਖ ਸ਼ਾਂਤੀ ਹਾਸਲ ਕੀਤੀ ਹੀ ਨਹੀਂ ਜਾ ਸਕਦੀ। ਉਹਨਾਂ ਰੀਜਨ ਹੀ ਇਹ ਹੈ ਕਿ ਉਹ ਰਜ਼ਾ ਦੇ ਵਿੱਚ ਤੁਰੇ ਨੇ। ਤਾਂ ਉਸ ਆਤਮਿਕ ਸ਼ਹਿਰ ਵਿੱਚ ਅਪੜੇ ਹੋਏ ਇਨਸਾਨ ਆਨੰਦ ਦੇ ਨਾਲ ਵਿਚਰਦੇ ਨੇ। ਤਿਉਂ ਤਿਉਂ ਸੈਲ ਕਰੇ ਦਾ ਮਤਲਬ ਆਨੰਦ ਵਿੱਚ ਵਿਚਰਦੇ ਨੇ। ਜਿਉਂ ਭਾਵੇ ਦਾ ਮਤਲਬ ਜਿਵੇਂ ਰੱਬ ਨੂੰ ਪਾਉਂਦਾ ਹੈ। ਉਹ ਰੱਬੀ ਰਜ਼ਾ ਦੇ ਅੰਦਰ ਤੁਰਦੇ ਹੋਏ, ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਂਦੇ, ਆਨੰਦ ਵਾਲਾ ਜੀਵਨ ਜੀਂਦੇ ਨੇ।
ਮਹਿਰਮ ਮਹਿਲ ਨਾ ਕੋ ਅਟਕਾਵੇ। ਮਹਿਰਮ ਦਾ ਮਤਲਬ ਵਾਕਫ, ਜਾਣਨ ਵਾਲੇ। ਮਹਿਰਮ ਮਹਿਲ ਦਾ ਮਤਲਬ ਮਹਿਲ ਦੇ ਵਾਕਫ, ਰੱਬ ਦੇ ਘਰ ਦੇ ਵਾਕਫ, ਜਾਣਕਾਰ, ਕਿ ਰੱਬ ਦੇ ਘਰ ਵਿੱਚ ਕਿਵੇਂ ਜਾਣਾ ਹੈ, ਰੱਬ ਦੇ ਅੰਦਰ ਕਿਵੇਂ ਸਮਾਣਾ ਹੈ, ਚੰਗਾ ਰਾਸਤਾ ਕਿਹੜਾ ਹੈ, ਮਾੜਾ ਰਾਸਤਾ ਕਿਹੜਾ ਹੈ। ਨਾ ਕੋ ਅਟਕਾਵੇ ਦਾ ਮਤਲਬ ਉਹਨਾਂ ਨੂੰ ਕੋਈ ਅਟਕਾਉਂਦਾ ਨਹੀਂ, ਰੋਕਦਾ ਨਹੀਂ। ਜਿਵੇਂ ਕਿਸੇ ਆਫੀਸਰ ਨੂੰ ਮਿਲਣ ਜਾਣਾ ਹੋਵੇ ਤੇ ਰਾਹ ਦੇ ਅੰਦਰ ਕੋਈ ਨਾ ਕੋਈ ਦਰਬਾਨ ਖੜਾ ਹੈ। ਜੇ ਤੁਸੀਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਾ ਹੈ ਤੇ ਕਿੰਨੀਆਂ ਸਾਰੀਆਂ ਰੋਕਾਂ ਨੇ, ਅਟਕ ਹੈ ਨਾ। ਲੇਕਿਨ ਉਹਨਾਂ ਦੇ ਜੀਵਨ ਵਿੱਚ ਕੋਈ ਅਟਕਾਉਣ ਵਾਲਾ ਕਾਮ ਕ੍ਰੋਧ ਆਦਿਕ ਨਹੀਂ ਹੈ। ਰੱਬ ਦੇ ਦਰ ਤੱਕ ਪਹੁੰਚਣ ਲੱਗਿਆਂ ਜਾਂ ਇਹੋ ਜੀ ਚੰਗੀ ਉੱਚੀ ਸਟੇਜ ਤੇ ਜਾਣ ਲੱਗਿਆਂ ਕਿੰਨੇ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਅਟਕਾਂ ਨੇ, ਰੋਕਾਂ ਨੇ। ਲੋਕ ਇਹਨਾਂ ਰੋਕਾਂ ਨੂੰ ਪਾਰ ਨਹੀਂ ਕਰ ਪਾਉਂਦੇ, ਪਰ ਰੱਬ ਦੇ ਪਿਆਰਿਆਂ ਨੂੰ ਪਤਾ ਹੈ, ਉਹਨਾਂ ਨੇ ਰੋਕਾਂ ਸਾਰੀਆਂ ਹਟਾ ਦਿੱਤੀਆਂ ਨੇ। ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ, ਇਹ ਰੋਕ ਹੀ ਨਹੀਂ ਹੈ ਕਿ ਜਿਹੜੀ ਉਹਨਾਂ ਨੂੰ ਰੋਕ ਲੈ, ਕਿਉਂਕਿ ਉਹਨਾਂ ਦਾ ਵੱਖਰਾ ਰਾਹ ਹੀ ਵੱਖਰਾ ਹੈ। ਉਹਨਾਂ ਦਾ ਰਾਸਤਾ ਹੀ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਵਾਲਾ ਹੈ। ਇਸ ਤਰ੍ਹਾਂ ਉਹ ਰੱਬੀ ਮਹਿਲ ਦੇ ਭੇਤੀ ਹੁੰਦੇ ਨੇ, ਉਹ ਆਤਮਿਕ ਜੀਵਨ ਦੇ ਭੇਤੀ ਹੁੰਦੇ ਨੇ। ਤੇ ਐਸੇ ਲੋਕਾਂ ਦੇ ਰਾਸਤੇ ਦੇ ਅੰਦਰ ਕਾਮ ਕ੍ਰੋਧ ਦੀ ਕੋਈ ਅਟਕ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਉਹ ਰਾਸਤਾ ਹੀ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਕਹਿ ਰਵਿਦਾਸ ਖਲਾਸ ਚਮਾਰਾ। ਕਹਿ ਦਾ ਮਤਲਬ ਆਖਦਾ ਹੈ, ਖਲਾਸ ਦਾ ਮਤਲਬ ਜਿਨਨੇ ਦੁੱਖ ਅੰਧੋ ਤਸਵੀਸ ਤੋਂ ਖਲਾਸੀ ਪਾ ਲਈ ਹੈ, ਜੋ ਬੰਧਨਾਂ ਤੋਂ ਮੁਕਤ ਹੋ ਗਿਆ ਹੈ। ਤਾਂ ਭਗਤ ਰਵਿਦਾਸ ਜੀ ਆਪਣੇ ਆਪ ਦੇ ਨਾਲ ਚਮਾਰ ਸ਼ਬਦ ਵਰਤ ਰਹੇ ਨੇ। ਕਿਉਂ? ਕਿਉਂਕਿ ਉਹ ਜਾਤੀਵਾਦ ਨੂੰ ਮੰਨਦੇ ਹੀ ਨਹੀਂ ਹਨ, ਉਹ ਇਹਨਾਂ ਚੀਜ਼ਾਂ ਤੋਂ ਉੱਚੇ ਨੇ, ਇਹਨਾਂ ਚੀਜ਼ਾਂ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜੋ ਹਮ ਸਹਿਰੀ ਸੋ ਮੀਤ ਹਮਾਰਾ। ਤਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹਿ ਰਵਿਦਾਸ ਖਲਾਸ ਚਮਾਰਾ, ਕਿ ਮੈਂ ਜੋ ਹਾਂ ਬੇਸ਼ੱਕ ਜੁੱਤੀਆਂ ਬਣਾਉਣ ਵਾਲਾ ਹਾਂ। ਚਮਾਰਾ ਦਾ ਮਤਲਬ ਮੈਂ ਜੁੱਤੀਆਂ ਬਣਾਉਣ ਦਾ ਕੰਮ ਕਰਨ ਵਾਲਾ, ਲੇਕਿਨ ਖਲਾਸ ਹਾਂ, ਮੁਕਤ ਹਾਂ, ਦੁੱਖ ਅੰਧੋਹ ਤੋਂ ਮੁਕਤ ਹਾਂ। ਮੇਰੇ ਅੰਦਰ ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ, ਉਜਾੜਾ ਨਹੀਂ ਹੈ, ਗਿਰਾਵਟ ਨਹੀਂ ਹੈ, ਚਿੰਤਾ ਨਹੀਂ ਹੈ, ਫਿਕਰ ਨਹੀਂ ਹੈ। ਮੈਂ ਚਮੜੇ ਦਾ ਕੰਮ ਕਰਨ ਵਾਲਾ ਮੁਕਤ ਹਾਂ ਇਹਨਾਂ ਚੀਜ਼ਾਂ ਤੋਂ। ਤਾਂ ਇਹਦਾ ਭਾਵ ਕਿ ਕਰਮ ਬੰਦਾ ਜਿਹੜਾ ਵੀ ਕਰਦਾ ਹੈ, ਕੋਈ ਕੰਮ ਉੱਚਾ ਨੀਵਾਂ ਨਹੀਂ ਹੁੰਦਾ, ਸੋਚ ਉੱਚੀ ਔਰ ਨੀਵੀਂ ਹੁੰਦੀ ਹੈ। ਤਾਂ ਕੋਈ ਵੀ ਇਨਸਾਨ ਐਸੀ ਸੋਚ ਅਪਣਾ ਸਕਦਾ ਹੈ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਹਮ ਸ਼ਹਿਰੀ ਦਾ ਮਤਲਬ ਇੱਕੋ ਸ਼ਹਿਰ ਦੇ ਵਸਣ ਵਾਲਾ, ਹਮ ਸ਼ਹਿਰੀ ਦਾ ਮਤਲਬ ਹਮ ਵਤਨ, ਹਮ ਵਤਨ ਦਾ ਮਤਲਬ ਸਤਸੰਗੀ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਸਾਡਾ ਮਿੱਤਰ ਉਹ ਹੈ ਜੋ ਹਮ ਸ਼ਹਿਰੀ ਹੈ, ਜੋ ਹਮ ਵਤਨ ਹੈ, ਜੋ ਇਹ ਸੋਚ ਦਾ ਧਾਰਨੀ ਹੈ, ਉਹ ਮੇਰਾ ਮਿੱਤਰ ਹੈ। ਜੋ ਹਮ ਸ਼ਹਿਰੀ ਦਾ ਮਤਲਬ ਜੋ ਹਮ ਵਤਨ ਹੈ, ਜੋ ਇਹੋ ਜਿਹੀ ਸੋਚ ਵਿੱਚ ਰਹਿਣ ਵਾਲਾ ਹੈ, ਜੋ ਇਹੋ ਜਿਹੇ ਸ਼ਹਿਰ ਵਿੱਚ ਰਹਿਣ ਵਾਲਾ ਬੰਦਾ ਹੈ, ਸੋ ਮੀਤ ਹਮਾਰਾ, ਉਹ ਸਾਡਾ ਮਿੱਤਰ ਹੈ। ਮੇਰਾ ਉਹਦੇ ਨਾਲ ਬੋਲ ਚਾਲ ਹੈ, ਉਹਦੇ ਨਾਲ ਮਿਲਵਰਤਨ ਹੈ, ਉਹਦੇ ਨਾਲ ਸੰਗ ਹੈ, ਮੈਂ ਉਹਦੀ ਸੰਗਤ ਕਰਦਾ ਹਾਂ। ਮੇਰਾ ਮਿੱਤਰ ਉਹ ਹੈ ਜੋ ਐਸੀ ਸੋਚ ਦਾ ਧਾਰਨੀ ਹੈ। ਤਾਂ ਇਸ ਪਾਵਨ ਸ਼ਬਦ ਰਾਹੀਂ ਭਗਤ ਰਵਿਦਾਸ ਜੀ ਨੇ ਇੱਕ ਮਹਾਨ ਵੱਡੀ ਸੋਚ ਦਿੱਤੀ ਹੈ। ਸਾਡੇ ਅੰਦਰ ਬਹੁਤ ਵੱਡੀਆਂ ਪੋਸੀਬਿਲਿਟੀਜ਼ ਨੇ, ਸੰਭਾਵਨਾਵਾਂ ਨੇ, ਉਹ ਸਾਡੇ ਸਾਹਮਣੇ ਰੱਖੀਆਂ ਨੇ। ਔਰ ਐਸੀ ਸੰਭਾਵਨਾ ਹਰ ਇਨਸਾਨ ਦੇ ਅੰਦਰ ਹੈ। ਹਰ ਇਨਸਾਨ ਐਸੀ ਜ਼ਿੰਦਗੀ ਜੀ ਸਕਦਾ ਹੈ। ਤੇ ਫਿਰ ਨਾਲ ਕਿਹਾ ਹੈ ਕਿ ਮਿੱਤਰਤਾ ਉਹਨਾਂ ਲੋਕਾਂ ਦੇ ਨਾਲ ਰੱਖਣੀ ਹੈ ਜਿਨ੍ਹਾਂ ਦੀ ਸੋਚ ਐਸੀ ਹੈ। ਤਾਂ ਸਾਡੇ ਕੋਲ ਅੱਜ ਦੋ ਚੀਜ਼ਾਂ ਆਈਆਂ। ਇੱਕ ਤਾਂ ਅਸੀਂ ਆਪਣੀ ਸੋਚ ਐਸੀ ਉੱਚੀ ਬਣਾਉਣੀ ਹੈ। ਸਾਡੀ ਸੋਚ ਦੇ ਅੰਦਰ ਐਸੀਆਂ ਸੰਭਾਵਨਾਵਾਂ ਮੌਜੂਦ ਨੇ, ਹਰ ਇਨਸਾਨ ਦੇ ਅੰਦਰ ਐਸੀਆਂ ਸੰਭਾਵਨਾਵਾਂ ਮੌਜੂਦ ਨੇ। ਆਪਣੀ ਸੋਚ ਇੰਨੀ ਉੱਚੀ ਔਰ ਸੁੱਚੀ ਕਰਨੀ ਹੈ, ਪਹਿਲੀ ਗੱਲ। ਤੇ ਦੂਜੀ ਗੱਲ, ਜਿਨ੍ਹਾਂ ਦੀ ਇੰਨੀ ਉੱਚੀ ਔਰ ਸੁੱਚੀ ਸੋਚ ਹੈ, ਉਹਨਾਂ ਦੇ ਨਾਲ ਸਾਂਝ ਪਾਣੀ ਹੈ, ਉਹਨਾਂ ਦੇ ਨਾਲ ਮਿੱਤਰਤਾ ਬਣਾਉਣੀ ਹੈ। ਔਰ ਇਹ ਪੋਸੀਬਿਲਿਟੀ ਮੇਰੇ ਵਿੱਚ ਵੀ ਹੈ, ਇਹ ਤੁਹਾਡੇ ਵਿੱਚ ਵੀ ਹੈ, ਹਰ ਇਨਸਾਨ ਦੇ ਅੰਦਰ ਹੈ। ਔਰ ਕਦੀ ਇਹ ਸ਼ਬਦ ਯੂਜ਼ ਨਹੀਂ ਕਰਨਾ ਕਿ ਇਹ ਤੇ ਬੜਾ ਔਖਾ ਹੈ ਜਾਂ ਇਹ ਹੋ ਨਹੀਂ ਸਕਦਾ। ਜਦੋਂ ਅਸੀਂ ਕਵਾਂਗੇ ਇਹ ਹੋ ਨਹੀਂ ਸਕਦਾ ਤੇ ਉਹਦੇ ਦੋ ਮੀਨਿੰਗ ਹੋਣਗੇ। ਪਹਿਲੀ ਗੱਲ ਕਿ ਇਹ ਕੰਮ ਕਰਨਾ ਮੈਨੂੰ ਆਉਂਦਾ ਨਹੀਂ, ਦੂਜਾ ਮੀਨਿੰਗ ਹੋਏਗਾ ਕਿ ਮੈਂ ਇਹ ਕੰਮ ਕਰਨਾ ਨਹੀਂ ਚਾਹੁੰਦਾ। ਹੋ ਸਕਦਾ ਹੈ,
ਇਸ ਲਈ ਅਸੀਂ ਐਸੀ ਜ਼ਿੰਦਗੀ ਜੀਣ ਦਾ ਜੋ ਹੈ ਯਤਨ ਕਰਨਾ ਹੈ ਔਰ ਐਸਾ ਜੀਵਨ ਜੀ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਬਣਾਉਣ ਦਾ ਯਤਨ ਕਰਨਾ ਹੈ।